8ਵਾਂ ਭਾਵ 11 ਤੋਂ ਲੈ ਕੇ ਅਸੀਂ 20 ਤੱਕ ਦੇਖਾਂਗੇ। मैं पढ़ देनी प्रभु ਨੂੰ ਭੁੱਲਣ ਸੰਬੰਧੀ ਚੇਤਾਵਨੀ। ਤੁਸੀਂ ਸਾਵਧਾਨ ਰਹਿਣਾ, ਕਿਤੇ ਤੁਸੀਂ ਪ੍ਰਭੂ ਆਪਣੇ ਪਰਮੇਸ਼ਰ ਦੇ ਹੁਕਮਾਂ, ਵਿਧੀਆਂ ਅਤੇ ਵਿਧਾਨ ਦੀ ਪਾਲਣਾ ਕਰਨੀ ਭੁੱਲ ਨਾ ਜਾਵੋ, ਜਿਨ੍ਹਾਂ ਬਾਰੇ ਅੱਜ ਮੈਂ ਤੁਹਾਨੂੰ ਸਿੱਖਿਆ ਦਿੱਤੀ ਹੈ। ਹੋ ਸਕਦਾ ਹੈ ਕਿ ਜਦੋਂ ਤੁਸੀਂ ਰੱਜ ਕੇ ਖਾਣ ਲੱਗੋ ਅਤੇ ਆਪਣੇ ਰਹਿਣ ਲਈ ਘਰ ਬਣਾ ਲਵੋ, ਜਦੋਂ ਚੌਣੇ ਅਤੇ ਇੱਜੜ, ਸੋਨਾ ਅਤੇ ਚਾਂਦੀ ਅਤੇ ਤੁਹਾਡੇ ਕੋਲ ਜੋ ਵੀ ਕੁਝ ਹੈ ਵੱਧ ਜਾਵੇ, ਤਾਂ ਤੁਹਾਡੇ ਮਨ ਫੁੱਲ ਜਾਣ ਤੇ ਤੁਸੀਂ ਪ੍ਰਭੂ ਆਪਣੇ ਪਰਮੇਸ਼ਰ ਨੂੰ, ਜੋ ਤੁਹਾਨੂੰ ਮਿਸਰ ਦੇਸ਼ ਦੀ ਗੁਲਾਮੀ ਦੇ ਘਰ ਵਿੱਚੋਂ ਬਾਹਰ ਕੱਢ ਕੇ ਲਿਆਇਆ ਹੈ, ਭੁੱਲ ਜਾਵੋ। ਅਰਥਾਤ ਉਸ ਪ੍ਰਭੂ ਆਪਣੇ ਪਰਮੇਸ਼ਰ ਨੂੰ, ਜੋ ਤੁਹਾਨੂੰ ਵੱਡੀ ਭਿਅੰਕਰ ਉਜਾੜ ਵਿੱਚੋਂ ਦੀ, ਜਿੱਥੇ ਨਾਗ, ਅਗਨੀ, ਸੱਪ, ਖਤਰਨਾਕ ਠੂੰਹੇ ਸਨ, ਉਹ ਤੁਹਾਨੂੰ ਉਸ ਧਰਤੀ ਤੋਂ ਦੀ ਲੈ ਗਿਆ ਜਿੱਥੇ ਪਾਣੀ ਤੱਕ ਨਹੀਂ ਸੀ, ਪਰ ਉਸਨੇ ਤੁਹਾਨੂੰ ਸਖਤ ਪੱਥਰ ਦੀ ਚਟਾਨ ਵਿੱਚੋਂ ਪਾਣੀ ਪਿਲਾਇਆ ਅਤੇ ਤੁਹਾਨੂੰ ਉਜਾੜ ਵਿੱਚ ਦੈਵੀ ਰੋਟੀ ਖਾਣ ਲਈ ਦਿੱਤੀ, ਜਿਸ ਬਾਰੇ ਤੁਹਾਡੇ ਪੁਰਖੇ ਜਾਣਦੇ ਤੱਕ ਨਹੀਂ ਸਨ। ਉਸਨੇ ਤੁਹਾਡੇ ਨਾਲ ਇਹ ਸਭ ਇਸ ਲਈ ਕੀਤਾ ਕਿ ਤੁਹਾਨੂੰ ਪਰਤਾਵੇ ਵਿੱਚ ਪਾ ਕੇ ਦੀਨ ਕਰੇ, ਕਿ ਉਹ ਤੁਹਾਡਾ ਅੰਤ ਵਿੱਚ ਭਲਾ ਕਰ ਸਕੇ। ਇਸ ਲਈ ਤੁਸੀਂ ਇਸ ਤਰ੍ਹਾਂ ਨਾ ਸੋਚਣਾ ਤੇ ਕਹਿਣਾ, ਇਹ ਸਭ ਧਨ ਮੈਂ ਆਪਣੀ ਸ਼ਕਤੀ ਅਤੇ ਹੱਥਾਂ ਦੀ ਮਿਹਨਤ ਨਾਲ ਕਮਾਇਆ ਹੈ। ਸਗੋਂ ਤੁਸੀਂ ਹਮੇਸ਼ਾ ਯਾਦ ਰੱਖੋ ਕਿ ਇਹ ਪ੍ਰਭੂ ਤੁਹਾਡਾ ਪਰਮੇਸ਼ਰ ਹੈ, ਜੋ ਤੁਹਾਨੂੰ ਧਨ ਕਮਾਉਣ ਦੀ ਸ਼ਕਤੀ ਦਿੰਦਾ ਹੈ। ਇਹ ਇਸ ਲਈ ਕਿ ਉਹ ਤੁਹਾਡੇ ਪੁਰਖਿਆਂ ਨਾਲ ਕੀਤੇ ਨੇਮ ਦੀ ਸਚਾਈ ਨੂੰ ਪ੍ਰਗਟ ਕਰੇ, ਜਿਸ ਤਰ੍ਹਾਂ ਕਿ ਅੱਜ ਹੈ। ਸੋ ਤੁਸੀਂ ਪ੍ਰਭੂ ਆਪਣੇ ਪਰਮੇਸ਼ਰ ਨੂੰ ਕਦੀ ਨਾ ਭੁੱਲਣਾ ਅਤੇ ਪਰਾਏ ਦੇਵਤਿਆਂ ਪਿੱਛੇ ਨਾ ਚੱਲਣਾ ਅਤੇ ਨਾ ਹੀ ਉਹਨਾਂ ਦਾ ਕਿਸੇ ਤਰ੍ਹਾਂ ਪੂਜਾ ਪਾਠ ਕਰਨਾ। ਇਸ ਸੰਬੰਧ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਚੇਤਾਵਨੀ ਦਿੰਦਾ ਹਾਂ ਕਿ ਇਹ ਕਰਨ ਤੇ ਤੁਸੀਂ ਜ਼ਰੂਰ ਨਾਸ਼ ਹੋ ਜਾਵੋਗੇ। ਇਸ ਹਾਲਤ ਵਿੱਚ ਤੁਹਾਡੇ ਨਾਲ ਠੀਕ ਉਸੇ ਤਰ੍ਹਾਂ ਹੋਵੇਗਾ ਜਿਸ ਤਰ੍ਹਾਂ ਪ੍ਰਭੂ ਨੇ ਤੁਹਾਡੇ ਸਾਹਮਣੇ ਦੂਜੀਆਂ ਕੌਮਾਂ ਨੂੰ ਨਾਸ਼ ਹੋਣ ਦਿੱਤਾ। ਸੋ ਤੁਸੀਂ ਵੀ ਨਾਸ਼ ਕੀਤੇ ਜਾਵੋਗੇ, ਕਿਉਂਕਿ ਤੁਸੀਂ ਪ੍ਰਭੂ ਆਪਣੇ ਪਰਮੇਸ਼ਰ ਦੇ ਸ਼ਬਦ ਦੀ ਪਾਲਣਾ ਨਾ ਕੀਤੀ। ਆਮੀਨ। ਅਸੀਂ ਸ਼ੁਰੂ ਤੋਂ ਇਹ ਦੇਖਦੇ ਪਏ ਹਾਂ ਕਿ ਪ੍ਰਭੂ ਜਿਹੜਾ ਉਹ ਸਾਡਾ ਧਿਆਨ ਸਿਰਫ ਆਪਣੇ ਸ਼ਬਦ ਦੇ ਵੱਲ ਲੈ ਕੇ ਆਉਂਦਾ, ਔਰ ਇਸ ਕਰਕੇ ਪ੍ਰਭੂ ਦਾ ਵਚਨ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਪ੍ਰਭੂ ਦਾ ਵਚਨ ਜਿਹੜਾ ਆ ਇਹ ਸਾਡੇ ਲਈ ਜ਼ਰੂਰੀ ਹੈ। ਇਹ ਪ੍ਰਭੂ ਦਾ ਵਚਨ ਆ ਜਿਹੜਾ ਸਾਨੂੰ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਬਣਾ ਕੇ ਰੱਖ, ਹੋਰ ਕੋਈ ਚੀਜ਼ਾਂ ਨਹੀਂ। ਹੋਰ ਬਾਕੀ ਦੀਆਂ ਚੀਜ਼ਾਂ ਜਿਹੜੀਆਂ ਅਸੀਂ ਕਰਦੇ ਹਾਂ ਨਾ, ਉਹ ਉਹਨਾਂ ਦਾ ਇੱਕ ਆਪਣੀ ਚ, ਲੇਕਿਨ ਅਗਰ ਅਸੀਂ ਜਦੋਂ ਵੀ ਜਿਹੜੇ ਲੋਕ, ਮੈਂ ਖਾਸ ਕਰਕੇ ਦੇਖਿਆ ਜਿਹੜੇ ਲੋਕ ਬਾਈਬਲ ਦੇ ਬਾਰੇ ਕਿਤਾਬਾਂ ਪੜ੍ਹਦੇ ਰਹਿੰਦੇ ਆ ਨਾ, ਪਰ ਪ੍ਰਭੂ ਦਾ ਵਚਨ ਨਹੀਂ ਪੜ੍ਹਦੇ, ਉਹਨਾਂ ਦਾ ਜਿਹੜਾ ਵਿਸ਼ਵਾਸ ਹੁੰਦਾ, ਉਹ ਜਿਸ ਵੇਲੇ ਉਹ ਕਿਤਾਬ ਪੜ੍ਹਦੇ ਪਏ ਆ ਕੋਈ, ਤਾਂ ਉਸ ਵੇਲੇ ਐਨ ਉਹ ਆਪਣੇ ਅੱਪ ਤੇ ਹੁੰਦੇ ਆ, ਔਰ ਫਿਰ ਥੋੜੀ ਉਸ ਤੋਂ ਬਾਅਦ ਠੋਸ ਹੋ ਜਾਂਦੇ ਆ। ਫਿਰ ਕੋਈ ਨਵੀਂ ਕਿਤਾਬ ਆ ਜਾਂਦੀ ਆ, ਉਹ ਫਿਰ ਅੱਪ ਹੋ ਜਾਂਦੇ ਆ, ਔਰ ਫਿਰ ਉਹ ਠੋਸ ਹੋ ਜਾਂਦੇ ਆ। ਉਹ ਕਦੀ ਵੀ ਉਹਨਾਂ ਦਾ ਜਿਹੜਾ ਫੇਥ ਆ ਇੱਕ ਲਾਈਨ ਦੇ ਵਿੱਚ ਨਹੀਂ ਚੱਲਦਾ। ਠੀਕ ਆ, ਅਸੀਂ ਜਿਹੜੇ ਪ੍ਰਭੂ ਦਾ ਵਚਨ ਪੜ੍ਹਦੇ ਹਾਂ, ਅਸੀਂ ਵੀ ਅਪ ਡਾਊਨ ਹੁੰਦੇ ਆ, ਲੇਕਿਨ ਅਸੀਂ ਉਸ ਤਰ੍ਹਾਂ ਨਹੀਂ ਹੁੰਦੇ ਜਿੱਦਾਂ ਉਹ ਹੁੰਦੇ ਆ। ਸੋ ਇਸ ਕਰਕੇ ਬਹੁਤ ਜ਼ਰੂਰੀ ਆ ਕਿ ਪ੍ਰਭੂ ਦੇ ਵਚਨ ਦੇ ਵਿੱਚ ਅਸੀਂ ਬਣੇ ਰਹੀਏ, ਔਰ ਇਸੇ ਚੀਜ਼ ਨੂੰ ਅਸੀਂ ਦੇਖਦੇ ਪਏ ਹਾਂ। ਔਰ ਦੇਖੋ ਪ੍ਰਭੂ ਨੇ ਉਹਨਾਂ ਨੂੰ ਕੀ ਕਿਹਾ ਕਿ ਮੈਨੂੰ ਪ੍ਰਭੂ ਨੇ ਕਿਹਾ ਕਿ ਉਸਨੇ ਕਿਹਾ ਕਿ ਮੈਨੂੰ ਭੁੱਲਿਓ ਨਾ, ਮੈਂ ਉਹ ਪ੍ਰਭੂ ਹਾਂ ਜਿਹੜਾ ਤੁਹਾਨੂੰ ਗੁਲਾਮੀ ਦੇ ਵਿੱਚੋਂ ਕੱਢ ਕੇ ਲੈ ਕੇ ਆਇਆ। ਔਰ ਅਸੀਂ ਜਿਹੜੇ ਅੱਜ ਪ੍ਰਭੂ ਦੇ ਵਿੱਚ ਬੈਠੇ ਹਾਂ, ਸਾਡੇ ਉੱਤੇ ਵੀ ਇਹ ਉਸੇ ਤਰ੍ਹਾਂ ਪੂਰੀਆਂ ਆਇਤਾਂ ਲੱਗਦੀਆਂ ਪਈਆਂ ਜਿੱਦਾਂ ਉਹਨਾਂ ਤੇ ਲੱਗਦੀਆਂ ਪਈਆਂ। ਸਾਨੂੰ ਪ੍ਰਭੂ ਪਾਪ ਦੀ ਗੁਲਾਮੀ ਚੋਂ ਕੱਢ ਕੇ ਲੈ ਕੇ ਆਇਆ, ਜਿਸ ਦਾ ਕੋਈ ਇਲਾਜ ਨਹੀਂ ਸੀ। ਇਹਨਾਂ ਨੂੰ ਸਰੀਰ ਦੀ ਗੁਲਾਮੀ ਚੋਂ ਕੱਢ ਕੇ ਲੈ ਕੇ ਆਇਆ। ਇਹ ਸਰੀਰਕ ਗੁਲਾਮੀ ਦੇ ਵਿੱਚ ਸੀ। ਇਹ ਉਸ ਰਾਜੇ ਦੇ ਫਰਾਮ ਦੇ ਥੱਲੇ ਗੁਲਾਮ ਸੀ। ਇਹਨਾਂ ਤੋਂ ਸਰੀਰਕ ਤੌਰ ਤੇ ਕੰਮ ਲਿਆ ਜਾਂਦਾ ਸੀ, ਜਾਨਵਰਾਂ ਦੇ ਵਾਂਗੂ। ਸੋ ਇਹਨਾਂ ਨੂੰ ਸਰੀਰਕ ਗੁਲਾਮੀ ਚੋਂ ਪ੍ਰਭੂ ਕੱਢ ਕੇ ਲੈ ਕੇ ਆਇਆ, ਪਰ ਸਾਨੂੰ ਪ੍ਰਭੂ ਆਤਮਿਕ ਗੁਲਾਮੀ ਦੇ ਵਿੱਚੋਂ ਕੱਢ ਕੇ ਲੈ ਕੇ ਆਇਆ, ਜਿਸ ਦੀ ਜਗ੍ਹਾ ਬਹੁਤ ਵੱਡੀ ਹੈ। ਸੋ ਇਸ ਕਰਕੇ ਪ੍ਰਭੂ ਕਹਿੰਦਾ ਕਿ ਮੈਂ ਤੁਹਾਨੂੰ ਉਸ ਸੁੰਦਰ ਧਰਤੀ ਤੇ ਲੈ ਕੇ ਜਾ ਰਹੀ ਹਾਂ, ਔਰ ਤੁਹਾਡਾ ਮਨ ਨਾ ਕਿਤੇ ਖੁੱਲ ਜਾਏ, ਆਪਣਾ ਵਿਚਾਰ ਰੱਖੇ। ਤੇ ਜਿਸ ਲਈ ਤੁਸੀਂ ਤੁਹਾਨੂੰ ਖਾਣ ਪੀਣ ਨੂੰ ਮਿਲ ਜਾਵੇ, ਜਿਸ ਲਈ ਤੁਹਾਨੂੰ ਸਾਰੀਆਂ ਚੀਜ਼ਾਂ, ਪੱਕੇ ਘਰਾਂ ਦੇ ਵਿੱਚ ਤੁਸੀਂ ਵਾਸ ਕਰੋ, ਤੇ ਇਹ ਨਾ ਹੋਵੇ ਕਿ ਤੁਸੀਂ ਮੈਨੂੰ ਭੁੱਲ ਜਾਓ। ਔਰ ਫਿਰ ਦੇਖੋ ਪ੍ਰਭੂ ਨੇ ਜਿਹੜੀ ਸਭ ਤੋਂ ਇਹਦੇ ਵਿੱਚ ਸਭ ਤੋਂ ਬੜੀ ਜਿਹੜੀ ਪਿਆਰੀ ਚੀਜ਼ ਆਉਂਦੀ, ਜਿਹੜੀ ਸਾਨੂੰ ਸਮਝਣ ਦੀ ਜਿਹੜੀ ਜ਼ਰੂਰਤ ਹੈ, ਕਿ
ਜਿਸ ਵੇਲੇ ਅਸੀਂ ਔਖੇ ਸਮੇਂ ਦੇ ਵਿੱਚ ਦੀ ਲੰਘਦੇ ਪਏ ਹੁੰਦੇ ਹਾਂ, ਉਸ ਵੇਲੇ ਦੇ ਲਈ ਖਾਸ ਕਰਕੇ ਜਿਸ ਲਈ ਸਾਨੂੰ ਏਦਾਂ ਮਹਿਸੂਸ ਹੁੰਦਾ ਕਿ ਸਾਡੀ ਜਿਹੜੀ ਜ਼ਿੰਦਗੀ ਆ ਇੱਕ ਉਜਾੜ ਦੇ ਵਿੱਚ ਦੀ ਲੰਘਦੀ ਪਈ ਆ। ਸਾਰੀਆਂ ਚੀਜ਼ਾਂ ਕੋਲ, ਐਵਰੀਥਿੰਗ, ਫ੍ਰਿਜ ਰੋਟੀ ਨਾਲ ਭਰੇ ਪਏ ਆ, ਘਰ ਭਰੇ ਪਏ ਆ ਸਮਾਨ ਦੇ ਨਾਲ, ਲੇਕਿਨ ਕੋਈ ਚੀਜ਼ ਚੰਗੀ ਨਹੀਂ ਲੱਗਦੀ, ਇੱਕ ਉਜਾੜ ਲੱਗਦਾ। ਉਹਦੇ ਵਿੱਚ ਪ੍ਰਭੂ ਕੀ ਕੰਮ ਕਰ ਰਿਹਾ? ਦੇਖੋ, ਉਸਨੇ ਕਿਹਾ ਮੇਰੇ ਨਾਲ ਤੁਸੀਂ 16ਵੀਂ ਆਇਤ 'ਚ ਆ ਜਾਓ, ਉੱਥੋਂ ਮੈਂ ਕਿੱਸਾ ਪੜੂੰਗਾ। ਅਤੇ ਤੁਹਾਨੂੰ ਉਜਾੜ ਦੇ ਵਿੱਚ ਦੈਵੀ ਰੋਟੀ ਖਾਣ ਦੇ ਲਈ ਦਿੱਤੀ, ਜਿਸ ਬਾਰੇ ਤੁਹਾਡੇ ਪੁਰਖੇ ਜਾਣਦੇ ਤੱਕ ਨਹੀਂ ਸਨ। ਉਸਨੇ ਤੁਹਾਡੇ ਨਾਲ ਇਹ ਸਭ ਇਸ ਲਈ ਕੀਤਾ ਕਿ ਤੁਹਾਨੂੰ ਤਾਵੇ ਦੇ ਵਿੱਚ ਪਾ ਕੇ ਦੀਨ ਕਰੇ ਕਿ ਤੁਹਾਡਾ ਅੰਤ ਦੇ ਵਿੱਚ ਉਹ ਭਲਾ ਕਰ ਸਕੇ। ਕੀ ਕਹਿਣ ਦਾ ਮਤਲਬ ਆ ਕਿ ਜਿਸ ਤਰ੍ਹਾਂ ਅਸੀਂ ਰੋਮਨਸ ਦੇ ਵਿੱਚ ਪੜ੍ਹਦੇ, ਸਾਡਾ ਪ੍ਰਭੂ ਪਰਮੇਸ਼ਰ ਸਾਰੀਆਂ ਚੀਜ਼ਾਂ ਦੇ ਵਿੱਚੋਂ ਭਲਾਈ ਪੈਦਾ ਕਰਦਾ। ਔਰ ਅਗਰ ਅਸੀਂ ਧਿਆਨ ਦੇ ਨਾਲ ਦੇਖੀਏ, ਹੁਣ ਤੱਕ ਇਹਨਾਂ ਦਾ ਸਫ਼ਰ ਦੇਖ ਲਈਏ, ਹਰ ਚੀਜ਼ 'ਚ ਪ੍ਰਭੂ ਨੇ ਭਲਾਈ ਪੈਦਾ ਕੀਤੀ ਹੈ। ਕਿਹਨਾਂ ਦੇ ਲਈ? ਉਹਨਾਂ ਦੇ ਬੱਚੇ ਆਏ, ਉਹਨਾਂ ਦੇ ਬੱਚੇ ਹੀ ਜਾ ਰਹੇ ਆ ਉੱਥੇ, ਤੇ ਉੱਥੇ ਜਾ ਕੇ ਇਦਾਂ ਦੇ ਕੰਮ ਨਾ ਕਰਨ ਕਿ ਇਹਨਾਂ ਦੇ ਰਸਤੇ ਆਪਣੇ ਆਪਣੇ ਹੋ ਜਾਣ। ਪ੍ਰਭੂ ਨੇ 40 ਸਾਲ ਇਹਨਾਂ ਨੂੰ 40 ਸਾਲ ਪ੍ਰਭੂ ਨੇ ਨਾਲ ਰਹਿ ਕੇ ਇਹਨਾਂ ਨੂੰ ਸਿਖਾਇਆ। ਕੌਣ ਕਰਦਾ? ਕਿਹੜਾ ਦੇਵਤਾ? ਇੱਕ ਕੋਈ ਵੀ ਨਹੀਂ। ਦੇਵਤੇ ਤਾਂ ਨਾਰਾਜ਼ ਹੀ ਰਹਿੰਦੇ। ਤੁਸੀਂ ਦੇਖ ਲਓ, ਜਿਹੜੇ ਹੈਗੇ ਆ, ਜਿਹੜੇ ਉਸ ਵੇਲੇ ਦੇ ਯੂਨਾਨ ਦੇ ਜਿਹੜੇ ਲੋਕ ਸੀ, ਉਹਨਾਂ ਦੇ ਦੇਵਤੇ, ਮਿਸਰ ਦੇ ਲੋਕ, ਉਹਨਾਂ ਦੇ ਜਿਹੜੇ ਦੇਵਤੇ ਆ। ਉਸ ਤੋਂ ਬਾਅਦ ਅਸੀਂ ਦੇਖਦੇ ਪਏ ਹੈਗੇ ਆ ਜਿਹੜੇ ਲੋਕ ਇੱਧਰ ਆਰਾਮ ਦੇ ਇਲਾਕੇ ਦੇ ਵਿੱਚ ਰਹਿੰਦੇ ਸੀਗੇ, ਉਧਰਲੇ ਇਲਾਕਿਆਂ ਦੇ ਦੇਵਤੇ। ਅਸੀਂ ਹਿੰਦੁਸਤਾਨ ਦੇ ਦੇਵਤੇ ਦੇਖ ਲੈਂਦੇ, ਦੇਵਤੇ ਨਾਰਾਜ਼ ਹੀ ਰਹਿੰਦੇ ਔਰ ਉਹਨਾਂ ਨੂੰ ਲੋਕ ਮਨਾਉਂਦੇ ਹੀ ਰਹਿੰਦੇ। ਲੇਕਿਨ ਪ੍ਰਭੂ ਆਪਣੇ ਲੋਕਾਂ ਦੇ ਨਾਲ ਰਹਿੰਦਾ ਪਿਆ। ਉਹਨਾਂ ਦੀਆਂ ਕਰਤੂਤਾਂ ਤੋਂ, ਇਹਨਾਂ ਦੀਆਂ ਜਿਹੜੀਆਂ ਕਰਤੂਤਾਂ ਆ, ਉਹਨਾਂ ਤੋਂ ਉਹ ਦੁਖੀ ਹੁੰਦਾ ਹੈ। ਲੇਕਿਨ ਉਹਨੂੰ ਖੁਸ਼ ਕਰਨ ਦੇ ਲਈ ਇਹਨਾਂ ਨੂੰ ਕੁਝ ਨਹੀਂ ਕਰਨਾ ਪੈਂਦਾ। ਉਹ ਦਇਆ ਦੇ ਨਾਲ ਇੰਨਾ ਭਰਿਆ ਹੈ ਕਿ ਉਹ ਫਿਰ ਵੀ ਇਹਨਾਂ ਦਾ ਭਲੇ ਤੋਂ ਬਾਅਦ ਭਲਾ, ਭਲੇ ਤੋਂ ਬਾਅਦ ਭਲਾ, ਔਰ ਅੰਤ ਵਿੱਚ ਫਿਰ ਭਲਾ ਕਰਦਾ ਪਿਆ ਕਿ ਉਹਨਾਂ ਨੂੰ ਵਾਅਦੇ ਤੋਂ ਕਿਤੇ ਜ਼ਿਆਦਾ ਦੇ ਗਿਆ। ਅਬਰਾਹਮ ਨੂੰ ਵਾਅਦੇ ਤੋਂ, ਜਿਹੜਾ ਵਾਅਦਾ ਕੀਤਾ ਸੀ, ਉਹ ਤੋਂ ਕਿਤੇ ਜ਼ਿਆਦਾ ਪ੍ਰਭੂ ਉਹਨਾਂ ਨੂੰ ਧਰਤੀ ਦੇ ਰਿਹਾ। ਉਹਨਾਂ ਨੂੰ ਬਰਾਬਰ ਜਰਦਨ ਦੇ ਇਧਰਲੇ ਪਾਰ ਵੀ ਉਨੀ ਧਰਤੀ ਆ, ਲੇਕਿਨ ਉਧਰਲੇ ਪਾਸੇ ਪਾਣੀ ਵਗੈਰਾ ਘੱਟ ਆ। ਸੋ ਉਹਦੇ ਹਿਸਾਬ ਦੇ ਨਾਲ ਉਹਨਾਂ ਨੂੰ ਵੱਡੇ ਹਿੱਸੇ ਮਿਲੇ। ਲੇਕਿਨ ਦੂਜੇ ਪਾਸੇ ਕਿਉਂਕਿ ਪਾਣੀ ਆ, ਮਿੱਠੇ ਪਾਣੀ ਆ, ਉਧਰਲੇ ਪਾਸੇ ਚਸ਼ਮੇ ਆ, ਸਾਰਾ ਕੁਝ ਹੈਗਾ। ਉਧਰਲੇ ਪਾਸੇ ਧਰਤੀ ਉਹਨਾਂ ਨੂੰ ਮਿਹਨਤੀ ਦੇ ਵਿੱਚ ਘੱਟ ਮਿਲੀ ਹੈ, ਲੇਕਿਨ ਉਪਜਾਊ ਬਹੁਤ। ਸੋ ਪ੍ਰਭੂ ਨੇ ਆਪਣਾ ਜਿਹੜਾ ਵਾਅਦਾ ਆ ਉਹ ਪੂਰਾ ਕੀਤਾ, ਔਰ ਜੋ ਉਸਨੇ ਵਾਅਦਾ ਕੀਤਾ ਸੀ ਉਸਨੂੰ ਉਹ ਪੂਰਾ ਕਰਦਾ ਪਿਆ। ਅਸੀਂ ਇਸ ਵੇਲੇ ਉਸ ਮੋੜ ਦੇ ਵਿੱਚ ਬੈਠੇ ਹਾਂ। ਅਸੀਂ 1 ਮਹੀਨਾ ਪਿੱਛੇ ਹਾਂ ਇਸ ਵੇਲੇ। ਸੋ ਆਓ ਹੁਣ ਅਸੀਂ 9ਵੇਂ ਭਾਗ ਦੇ ਵਿੱਚ ਚੱਲੀਏ। 9ਵੇਂ ਭਾਗ ਦੀਆਂ ਕਾਫੀ ਇਹ ਲੰਬਾ ਚੈਪਟਰ ਹੈ। ਸੋ ਆਓ ਪਹਿਲਾਂ ਇਸ ਦੀਆਂ ਪਹਿਲਾਂ 13 ਆਇਤਾਂ ਦੀ ਮੈਂ ਪੜ੍ਹ ਦਿੰਦੀ ਪਾਸਟਰ ਜੀ। ਉਹ ਲੋਕਾਂ ਦੀ ਅਵਗਿਆਕਾਰੀ। ਇਜ਼ਰਾਈਲ ਕੌਮ ਦੇ ਲੋਕੋ ਸੁਣੋ, ਤੁਸੀਂ ਅੱਜ ਜਰਦਨ ਦਰਿਆ ਦੇ ਦੂਜੇ ਪਾਰ ਜਾਣ ਵਾਲੇ ਹੋ ਕਿ ਤੁਸੀਂ ਉਸ ਪਾਰ ਜਾ ਕੇ ਆਪਣੇ ਤੋਂ ਵੱਡੀਆਂ ਅਤੇ ਸ਼ਕਤੀਸ਼ਾਲੀ ਕੌਮਾਂ ਅਤੇ ਉਹਨਾਂ ਉੱਚੀਆਂ ਕੰਧਾਂ ਨਾਲ ਘਿਰੇ ਵੱਡੇ ਨਗਰਾਂ ਤੇ ਜਾ ਕੇ ਕਬਜ਼ਾ ਕਰੋ। ਤੁਸੀਂ ਉਹਨਾਂ ਲੰਬੇ ਅਤੇ ਤਕੜੇ ਲੋਕਾਂ ਅਰਥਾਤ ਅਨਾਕੀਮ ਦੈਂਤਾਂ ਦੀ ਸੰਤਾਨ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਚੁੱਕੇ ਹੋ। ਅਨਾਕ ਦੀ ਸੰਤਾਨ ਦਾ ਟਾਕਰਾ ਕੌਣ ਕਰ ਸਕਦਾ ਹੈ? ਪਰ ਤੁਸੀਂ ਅੱਜ ਦੇ ਦਿਨ ਜਾਣ ਲਵੋ ਕਿ ਇਹ ਪ੍ਰਭੂ ਤੁਹਾਡਾ ਪਰਮੇਸ਼ਵਰ ਹੈ, ਜੋ ਤੁਹਾਡੇ ਅੱਗੇ ਭਸਮ ਕਰਨ ਵਾਲੀ ਅੱਗ ਦੀ ਤਰ੍ਹਾਂ ਜਾਂਦਾ ਹੈ। ਉਹ ਉਹਨਾਂ ਲੋਕਾਂ ਨੂੰ ਨਾਸ਼ ਕਰ ਦੇਵੇਗਾ ਅਤੇ ਤੁਹਾਡੇ ਕਬਜ਼ੇ ਵਿੱਚ ਦੇ ਦੇਵੇਗਾ। ਇਸ ਲਈ ਤੁਸੀਂ ਉਹਨਾਂ ਨੂੰ ਛੇਤੀ ਉੱਥੋਂ ਕੱਢ ਦੇਵੋਗੇ ਅਤੇ ਉਹਨਾਂ ਦਾ ਨਾਸ਼ ਕਰ ਦੇਵੋਗੇ। ਇਹ ਸਭ ਪ੍ਰਭੂ ਦੀ ਤੁਹਾਡੇ ਨਾਲ ਚੁੱਕੀ ਸਹੁੰ ਅਨੁਸਾਰ ਹੋਵੇਗਾ। ਜਦੋਂ ਪ੍ਰਭੂ ਤੁਹਾਡਾ ਪਰਮੇਸ਼ਵਰ ਉਹਨਾਂ ਕੌਮਾਂ ਦੇ ਲੋਕਾਂ ਨੂੰ ਤੁਹਾਡੇ ਸਾਹਮਣੇ ਕੱਢ ਦੇਵੇ, ਤਾਂ ਤੁਸੀਂ ਆਪਣੇ ਦਿਲ ਵਿੱਚ ਇਸ ਤਰ੍ਹਾਂ ਨਾ ਕਹਿਣਾ, ਪ੍ਰਭੂ ਮੇਰੇ ਧਰਮੀ ਹੋਣ ਦੇ ਕਾਰਨ ਮੈਨੂੰ ਇਸ ਧਰਤੀ ਤੋਂ ਲਿਆਇਆ ਹੈ ਕਿ ਮੈਂ ਇਸ ਤੇ ਕਬਜ਼ਾ ਕਰਾਂ, ਅਤੇ ਉਹਨਾਂ ਕੌਮਾਂ ਦੇ ਅਧਰਮ ਕਾਰਨ ਉਸਨੇ ਉਹਨਾਂ ਨੂੰ ਸਾਡੇ ਸਾਹਮਣੇ ਕੱਢ ਦਿੱਤਾ ਹੈ।
ਸੋ ਤੁਸੀਂ ਉਹਨਾਂ ਦੀ ਧਰਤੀ ਤੇ ਕਬਜ਼ਾ ਕਰਨ ਆਪਣੇ ਧਰਮੀ ਹੋਣ ਜਾਂ ਭਲੇ ਹੋਣ ਦੇ ਕਾਰਨ ਨਹੀਂ ਜਾ ਰਹੇ ਹੋ, ਸਗੋਂ ਉਹਨਾਂ ਕੌਮਾਂ ਦੇ ਅਧਰਮੀ ਹੋਣ ਦੇ ਕਾਰਨ ਅਤੇ ਤੁਹਾਡੇ ਪੁਰਖਿਆਂ ਅਬਰਾਹਮ, ਇਸਹਾਕ ਅਤੇ ਯਾਕੂਬ ਨੂੰ ਆਪਣੇ ਦਿੱਤੇ ਵਚਨ ਨੂੰ ਪੂਰਾ ਕਰਨ ਦੇ ਕਾਰਨ ਪ੍ਰਭੂ ਤੁਹਾਡਾ ਪਰਮੇਸ਼ਵਰ ਉਹਨਾਂ ਨੂੰ ਤੁਹਾਡੇ ਸਾਹਮਣੇ ਕੱਢ ਰਿਹਾ ਹੈ। ਇਸ ਲਈ ਤੁਸੀਂ ਇਹ ਪੱਕੀ ਜਾਣ ਲਵੋ ਕਿ ਪ੍ਰਭੂ ਤੁਹਾਡਾ ਪਰਮੇਸ਼ਵਰ ਤੁਹਾਡੇ ਧਰਮੀ ਹੋਣ ਦੇ ਕਾਰਨ ਤੁਹਾਨੂੰ ਇਹ ਸੁੰਦਰ ਉਪਜਾਊ ਧਰਤੀ ਮਲਕੀਅਤ ਦੇ ਤੌਰ ਤੇ ਨਹੀਂ ਦੇ ਰਿਹਾ ਹੈ, ਕਿਉਂਕਿ ਤੁਸੀਂ ਤਾਂ ਅਤ ਹਠ ਧਰਮੀ ਲੋਕ ਹੋ। ਤੁਸੀਂ ਇਹ ਯਾਦ ਰੱਖੋ, ਇਸ ਨੂੰ ਕਦੇ ਨਾ ਭੁੱਲੋ ਕਿ ਤੁਸੀਂ ਆਪ ਕਿਸ ਤਰ੍ਹਾਂ ਉਜਾੜ ਵਿੱਚ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਕ੍ਰੋਧਿਤ ਕੀਤਾ ਸੀ, ਕਿ ਤੁਸੀਂ ਆਪਣੇ ਮਿਸਰ ਨੂੰ ਛੱਡਣ ਵਾਲੇ ਦਿਨ ਤੋਂ ਲੈ ਕੇ ਇਸ ਧਰਤੀ ਤੇ ਪਹੁੰਚਣ ਦੇ ਦਿਨ ਤੱਕ ਪ੍ਰਭੂ ਦਾ ਵਿਦਰੋਹ ਕਰਦੇ ਆ ਰਹੇ ਹੋ। ਇੱਥੋਂ ਤੱਕ ਕਿ ਹੋਰੇਬ ਦੇ ਪਹਾੜ ਤੇ ਵੀ ਤੁਸੀਂ ਉਸ ਨੂੰ ਇੱਥੋਂ ਤੱਕ ਕ੍ਰੋਧਿਤ ਕੀਤਾ ਕਿ ਉਹ ਤੁਹਾਨੂੰ ਨਾਸ਼ ਕਰਨ ਦੇ ਲਈ ਤਿਆਰ ਹੋ ਪਿਆ। ਮੈਂ ਉਸ ਸਮੇਂ ਪਹਾੜ ਤੋਂ ਪੱਥਰ ਦੀਆਂ ਸਿਲਾਂ ਲੈਣ ਗਿਆ ਸਾਂ। ਇਹ ਸਿਲਾਂ ਉਹ ਸਨ ਜਿਨ੍ਹਾਂ ਤੇ ਉਹ ਨੇਮ ਲਿਖਿਆ ਹੋਇਆ ਸੀ ਜੋ ਪ੍ਰਭੂ ਨੇ ਤੁਹਾਡੇ ਨਾਲ ਕੀਤਾ ਸੀ। ਮੈਂ ਉਸ ਪਹਾੜ ਤੇ 40 ਦਿਨਾਂ ਅਤੇ 40 ਰਾਤਾਂ ਤੱਕ ਬਿਨਾਂ ਕੁਝ ਖਾਏ ਪੀਏ ਰਿਹਾ ਸਾਂ। ਉੱਥੇ ਪ੍ਰਭੂ ਨੇ ਮੈਨੂੰ ਦੋਵੇਂ ਸਿਲਾਂ ਦਿੱਤੀਆਂ ਜਿਨ੍ਹਾਂ ਤੇ ਪਰਮੇਸ਼ਵਰ ਦੇ ਆਪਣੇ ਹੱਥ ਦਾ ਲਿਖਿਆ ਹੋਇਆ ਸੀ। ਉਹਨਾਂ ਦੋਹਾਂ ਸਿਲਾਂ ਤੇ ਉਹ ਸਭ ਗੱਲਾਂ ਲਿਖੀਆਂ ਹੋਈਆਂ ਸਨ ਜੋ ਪ੍ਰਭੂ ਨੇ ਪਹਾੜ ਦੇ ਉੱਤੇ ਅੱਗ ਦੇ ਵਿੱਚੋਂ ਤੁਹਾਡੀ ਸਭਾ ਵਾਲੇ ਦਿਨ ਤੁਹਾਨੂੰ ਕਹੀਆਂ ਸਨ। ਉਹ ਦੋਵੇਂ ਪੱਥਰ ਦੀਆਂ ਸਿਲਾਂ ਅਰਥਾਤ ਨੇਮ ਦੀਆਂ ਸਿਲਾਂ ਪ੍ਰਭੂ ਨੇ ਮੈਨੂੰ 40 ਦਿਨਾਂ ਅਤੇ 40 ਰਾਤਾਂ ਦੇ ਅੰਤ ਵਿੱਚ ਦਿੱਤੀਆਂ ਸਨ। ਤਦ ਉਸ ਸਮੇਂ ਪ੍ਰਭੂ ਨੇ ਮੈਨੂੰ ਕਿਹਾ, ਉੱਠ ਇੱਥੋਂ ਛੇਤੀ ਨਾਲ ਹੇਠ ਜਾ, ਕਿਉਂਕਿ ਤੇਰੇ ਲੋਕਾਂ ਨੇ ਜਿਨ੍ਹਾਂ ਨੂੰ ਤੂੰ ਮਿਸਰ ਤੋਂ ਲਿਆਇਆ ਹੈ ਬੁਰਾ ਕੰਮ ਕੀਤਾ ਹੈ। ਉਹ ਮੇਰੇ ਦੱਸੇ ਰਾਹ ਤੋਂ ਤੁਰੰਤ ਕੁਰਾਹੇ ਪੈ ਚੁੱਕੇ ਹਨ। ਉਹਨਾਂ ਆਪਣੇ ਲਈ ਇੱਕ ਢਾਲੀ ਹੋਈ ਦੇਵਤੇ ਦੀ ਮੂਰਤੀ ਬਣਾ ਲਈ ਹੈ। ਪ੍ਰਭੂ ਨੇ ਅੱਗੇ ਮੈਨੂੰ ਕਿਹਾ, ਮੈਂ ਲੋਕਾਂ ਨੂੰ ਦੇਖ ਚੁੱਕਾ ਹਾਂ। ਇਹ ਲੋਕ ਹਠ ਧਰਮੀ ਹਨ। ਤੂੰ ਹੁਣ ਮੈਨੂੰ ਨਾ ਰੋਕ, ਮੈਂ ਉਹਨਾਂ ਨੂੰ ਬਿਲਕੁਲ ਨਾਸ਼ ਕਰ ਦੇਵਾਂਗਾ ਅਤੇ ਉਹਨਾਂ ਦਾ ਨਾਂ ਧਰਤੀ ਤੋਂ ਮਿਟਾ ਦੇਵਾਂਗਾ। ਤਦ ਮੈਂ ਤੇਰੇ ਤੋਂ ਇੱਕ ਵੱਡੀ ਤੇ ਸ਼ਕਤੀਸ਼ਾਲੀ ਕੌਮ ਪੈਦਾ ਕਰਾਂਗਾ। ਸਿਸਟਰ ਜੀ, ਸੋ ਹੁਣ ਇੱਥੇ ਅਸੀਂ ਇਹ ਦੇਖਦੇ ਪਏ, ਦੇਖੋ ਕਿੰਨਾ ਇਹ ਸਾਡੇ ਨਵੇਂ ਜਿਹੜਾ ਨਿਊ ਟੈਸਟਮੈਂਟ ਅਸੀਂ ਪੜ੍ਹਦੇ ਹਾਂ, ਜਿਹੜਾ ਦੂਸਰਾ ਨੇਮ ਪੜ੍ਹਦੇ ਹਾਂ, ਦੇਖੋ ਉਹਦੇ ਕਿੰਨਾ ਲੱਗ ਗਏ। ਪ੍ਰਭੂ ਉਹਨਾਂ ਨੂੰ ਕਹਿ ਰਿਹਾ ਕਿ ਇਹ ਧਰਤੀ ਮੈਂ ਇਸ ਕਰਕੇ ਨਹੀਂ ਦੇ ਰਿਹਾ ਕਿ ਤੁਸੀਂ ਧਰਮੀ, ਇਹ ਮੈਂ ਆਪਣਾ ਵਾਅਦਾ ਪੂਰਾ, ਆਪਣਾ ਨੇਮ ਪੂਰਾ ਕਰਦਾ ਔਰ ਤੁਹਾਡੇ ਰਾਹੀਂ ਮੈਂ ਆਪਣਾ ਨੇਮ ਪੂਰਾ ਕਰਦਾ ਪਿਆ। ਔਰ ਇਹ ਧਰਤੀ ਜਿਹੜੀ ਉਹ ਲੋਕ ਆ, ਜਿਹੜੇ ਦੂਸਰੇ ਪਾਸੇ ਲੋਕ ਆ, ਉਹਨਾਂ ਨੂੰ ਉਹ ਧਰਤੀ ਮੈਂ ਦਿੱਤੀ ਹੋਈ ਸੀ, ਲੇਕਿਨ ਉਹਨਾਂ ਨੇ ਉੱਥੇ ਅਧਰਮ ਤੋਂ ਸਿਵਾਏ ਹੋਰ ਕੁਛ ਨਹੀਂ ਕੀਤਾ। ਜਾਂ ਸਾਨੂੰ ਇਹ ਯਾਦ ਰੱਖਣਾ ਪੈਣਾ ਕਿ ਉਹਨਾਂ ਦਾ ਅਧਰਮ ਜਿਹੜਾ ਸੀ ਉਹ ਕਿੰਨਾ ਭੈੜਾ ਸੀ ਕਿ ਉਹ ਆਪਣੇ ਬੱਚਿਆਂ ਦੀਆਂ ਬਲੀਆਂ ਦਿੰਦੇ ਸੀ। ਉਹ ਬੱਚਿਆਂ ਦੀਆਂ ਬਲੀਆਂ ਦਿੰਦੇ ਸੀ ਦੇਵਤਿਆਂ ਦੇ ਮੂਹਰੇ, ਔਰ ਉਹਨਾਂ ਦੇਵਤਿਆਂ ਦਾ ਜਿਹੜਾ ਆਮਦਨ ਦਾ ਸਾਧਨ ਸੀ, ਜਿਹੜਾ ਉਹਨਾਂ ਮੰਦਿਰਾਂ ਦਾ ਆਮਦਨ ਦਾ ਜਿਹੜਾ ਸਾਧਨ ਸੀ, ਉੱਥੇ ਉਹ ਆਪਣੀਆਂ ਛੋਟੀਆਂ ਛੋਟੀਆਂ ਬੱਚੀਆਂ ਚੜਾ ਦਿੰਦੇ ਸੀਗੇ ਮੰਦਿਰ ਦੇ ਵਿੱਚ, ਉਹ ਦੇਵਦਾਸੀਆਂ, ਔਰ ਉਹਨਾਂ ਬੱਚੀਆਂ ਤੋਂ ਗੰਦਾ ਕੰਮ ਕਰਾਇਆ ਜਾਂਦਾ ਸੀ ਤਾਂ ਫਿਰ ਉਹ ਜਿਹੜਾ ਪੈਸੇ ਮਿਲਦੇ ਸੀ ਉਹ ਮੰਦਿਰ ਨੂੰ ਮਿਲਦੇ ਸੀ। ਔਰ ਹੋਰ ਇਸ ਤਰ੍ਹਾਂ ਦੇ ਬਹੁਤ ਉਹਨਾਂ ਦੇ ਵਿੱਚ ਭੈੜੇ ਕੰਮ ਸੀ, ਜਿਹਦੇ ਕਰਕੇ ਪ੍ਰਭੂ ਨੇ ਉਹਨਾਂ ਦੇ ਕੋਲ ਆਪਣੇ ਬੰਦੇ ਕੱਲੇ ਆ 500 ਸਾਲ। ਇਹਨਾਂ ਦੇ ਵਿੱਚੋਂ ਹੀ ਆ ਸਾਰੇ, ਉਹ ਵੀ ਤਾਂ ਨੋਹਾ ਦੀ ਸੰਤਾਨ ਆ ਸਾਰੀ ਜਿਹੜੀ ਉੱਥੇ ਬੈਠੀ ਆ। ਕਨਾਨ ਜਿਹੜਾ ਜਿਹਨੇ ਇਹ ਸਾਰਾ ਇਲਾਕਾ ਵਸਾਇਆ ਆ, ਉਹ ਵੀ ਤਾਂ ਨੋਹਾ ਦਾ ਪੋਤਾ ਹੀ ਆ। ਉਹਨਾਂ ਨੂੰ ਵੀ ਪਤਾ ਆ। ਅਗਰ ਅਸੀਂ ਇਹ ਦੇਖਦੇ ਪਏ ਹਾਂ ਕਿ ਜਰੂਸਲਮ ਦੇ ਇਲਾਕੇ ਚ ਸਾਲੇਮ ਦਾ ਰਾਜਾ ਜਾ ਸਕਦਾ, ਅਬਰਾਹਮ ਨੂੰ ਜਾ ਕੇ ਉਹ ਦਾਖਸਾਲ ਤੇ ਰੋਟੀ ਦੇ ਰਿਹਾ ਆ, ਜੇ ਉਹ ਉੱਥੋਂ ਉੱਠ ਕੇ ਜਾ ਰਿਹਾ ਤਾਂ ਇਹਦਾ ਮਤਲਬ ਉਹਨਾਂ ਨੂੰ ਪ੍ਰਭੂ ਪਰਮੇਸ਼ਰ ਦਾ ਪਤਾ ਆ। ਮਦੀਆਨ ਦੇ ਇਲਾਕੇ ਦੇ ਵਿੱਚ ਜਿਸਲੇ ਉਹ ਗਏ ਆ, ਉਹ ਅਬਰਾਹਮ ਦੀ ਸੰਤਾਨ ਜਿਹੜੀ ਤੀਸਰੀ ਪਤਨੀ ਆ, ਉਸਦਾ ਬੇਟਾ ਆ, ਮਦੀਆਨ ਦੇ ਇਲਾਕੇ ਦੇ ਵਿੱਚ ਉਹਦੀ ਸੰਤਾਨ ਬੈਠੀ ਹੋਆ। ਔਰ ਜਿਸਲੇ ਮੂਸਾ ਉੱਥੇ ਗਿਆ, ਉਹਨੂੰ ਉਸ ਪਰਮੇਸ਼ਰ ਦਾ ਪਤਾ ਆ, ਬਿਲਿਆਮ ਨੂੰ ਉਸ ਪਰਮੇਸ਼ਰ ਦਾ ਪਤਾ ਆ। ਜਿਸ ਲਈ ਸੁਗਾਤਾਂ ਪ੍ਰਭੂ ਤੋਂ ਲੈਣੀਆਂ ਜਾਣ ਤਾਂ ਫਿਰ ਬਿਲਿਆਮ ਵਰਗੇ ਨਬੀ ਨੂੰ ਸੱਦਦੇ ਸੀਗੇ। ਸੋ ਉਹਨਾਂ ਨੂੰ ਪਤਾ ਆ, ਉਹ ਜਾਣ ਬੁੱਝ ਕੇ ਦੂਸਰੇ ਦੇਵੀ ਦੇਵਤਿਆਂ ਨੂੰ ਪੂਜਦੇ ਪਏ। ਉਹਨਾਂ ਨੇ ਆਪਣੇ ਰਸਤੇ ਪ੍ਰਭੂ ਤੋਂ ਦੂਰ ਰੱਖੇ।
ਉਹ ਲਾਈਕ ਕਰਦੇ, ਉਹ ਪਸੰਦ ਕਰਦੇ ਉਦਾਂ ਦੇ ਕੰਮ ਕਰਨੇ। ਉਹ ਪ੍ਰਭੂ ਵਾਲੀ ਸੁਥਰੀ ਜ਼ਿੰਦਗੀ ਨਹੀਂ ਜੀਣਾ ਮੰਗਦੇ, ਉਹਨਾਂ ਦੇ ਮਨਾਂ 'ਚ ਗੰਦਗੀ ਆ। ਉਹ ਆਪਣੇ ਰਸਤੇ ਆਪਣੀ ਹਵਸ ਨੂੰ ਪੂਰਾ ਕਰਨ ਦੇ ਲਈ ਕਰਦੇ ਪਏ, ਚਾਹੇ ਉਹ ਅੱਖਾਂ ਦੀ ਹਵਸ ਆ, ਚਾਹੇ ਉਹ ਸਰੀਰ ਦੀ ਹਵਸ ਆ, ਚਾਹੇ ਉਹ ਕੰਨਾਂ ਦੀ ਵਿੱਚ ਜਿਹੜੀ ਖੁਜਲੀ ਬੰਦੇ ਦੇ ਹੁੰਦੀ ਆ, ਉਹ ਹਵਸ ਆ ਲਾਲਚਾਂ ਦੇ ਲਈ ਕਰਦੇ ਪਏ। ਔਰ ਉਹਦੇ ਕਰਕੇ ਪ੍ਰਭੂ ਕਹਿੰਦਾ ਕਿ ਉਹਨਾਂ ਦਾ ਜਿਹੜਾ ਅਧਰਮ ਆ, ਇਸ ਕਰਕੇ ਮੈਂ ਉਹਨਾਂ ਨੂੰ ਉੱਥੋਂ ਕੱਢ ਰਿਹਾ, ਤੁਹਾਨੂੰ ਉਹ ਦੇ ਰਿਹਾ, ਪਰ ਤੁਸੀਂ ਆਪਣੇ ਆਪ ਨੂੰ ਜ਼ਿਆਦਾ ਨਾ ਸਮਝਿਓ। ਤੁਸੀਂ ਵੀ ਮੈਨੂੰ ਕਈ ਵਾਰੀ ਪਰਖਿਆ, ਔਰ ਇੱਕ ਵਾਰੀ ਤਾਂ ਮੇਰਾ ਗੁੱਸਾ ਇੱਥੇ ਤੱਕ ਆ ਗਿਆ ਸੀ, ਮੈਂ ਕਿਹਾ ਸੀ ਮੈਂ ਸਾਰੇ ਮਾਰ ਦੇਣੇ ਆ, ਤੇ ਮੈਂ ਮੂਸਾ ਨੂੰ ਕਿਹਾ ਸੀ ਤੇਰੇ ਤੋਂ ਇੱਕ ਮੈਂ ਕੌਮ ਪੈਦਾ ਕਰਦਾ। तो उसने क्या नहीं, क्योंकि मूसा ने पता सी मेरे तो भी इदा दे पैदा होने। तो उसने कहा सी प्रभु तू अपने बंदे नूं जिहड़ा नेम बन्निया है ओदी खातर, और जो तू मिस्रियां दे विच एक उदाहरण पैदा करके आया ओदी खातर तू इन्हां दे उत्ते किरपा कर, इन्हां दे दया और इन्हां नूं खत्म ना कर, इन्हां नूं वो धरती दे जिसका तू प्रॉमिस कीता है। सो बाय द वे जिथे असीं पहुंच चुके हैं, जिथे असीं पढ़ते पे हैं, और इस वेले दूसरे पासे साडियां इलाकियां दे विच जिहड़ा इस वेले जिहड़ा असीं महाभारत पढ़ते हैं, उस युद्ध दीयां भी तैयारियां हो रही हैं, उधर उस युद्ध दीयां भी तैयारियां हो रही हैं। सारियां चीज़ां इस वेले उन्हां दा अज्ञातवास चलदा पिया, ਜਿਹੜੇ ਪਾਂਡਵ ਉਹਨਾਂ ਦਾ ਅਗਿਆਤਵਾਸ ਚੱਲਦਾ ਪਿਆ, ਜਿਹੜੇ ਗੁਰੂ ਆ ਉਹਨਾਂ ਦਾ ਰਾਜ ਆ ਉਹਨਾਂ ਇਲਾਕਿਆਂ ਦੇ ਵਿੱਚ, ਔਰ ਜਿਹੜੇ ਗੁਰੂ ਆ ਉਹ ਬੇਸਿਕਲੀ ਜਿਹੜੇ ਕੰਬੋਜ ਲੋਕ ਆ ਉਹਨਾਂ ਦੇ ਵਿੱਚੋਂ ਗੁਰੂ ਲੋਕ ਹੋਏ। ਸੋ ਉੱਥੇ ਇਹ ਸਾਰਾ ਕੁਝ, ਉੱਥੇ ਵੀ ਇੱਕ ਬੜੇ ਵੱਡੇ ਯੁੱਧ ਦੀ ਤਿਆਰੀ ਚੱਲਦੀ ਪਈ ਹੈ। ਅਸੀਂ ਜਿਸ ਯੁੱਧ ਦੇ ਵਿੱਚ ਪਹੁੰਚਾਂਗੇ ਅਸੀਂ ਉਹ ਦੇਖਾਂਗੇ, ਲੇਕਿਨ ਹਾਲੇ ਤੱਕ ਉਹਨਾਂ ਦਾ ਅਗਿਆਤਵਾਸ ਚੱਲਦਾ ਪਿਆ। ਸੋ ਆਓ ਅਸੀਂ 15 ਆਇਤ ਤੋਂ ਦੇਖੀਏ। 15 ਆਇਤ ਤੋਂ ਹੁਣ ਅਸੀਂ ਇਸ ਦੀਆਂ 15 ਤੋਂ 29 ਅਸੀਂ ਪੜ੍ਹਦੇ ਹਾਂ। ਇਸ ਲਈ ਮੈਂ ਪਹਾੜ ਤੋਂ ਮੁੜ ਕੇ ਹੇਠ ਉਤਰ ਕੇ ਆਇਆ। ਉਸ ਸਮੇਂ ਮੇਰੇ ਹੱਥ ਵਿੱਚ 2 ਪੱਥਰ ਦੀਆਂ ਸਿਲਾਂ ਸਨ, ਜਿਨ੍ਹਾਂ ਤੇ ਨੇਮ ਲਿਖਿਆ ਹੋਇਆ ਸੀ। ਪਹਾੜ ਤੋਂ ਅੱਗ ਦੀਆਂ ਲਾਟਾਂ ਉੱਠ ਰਹੀਆਂ ਸਨ। ਤਦ ਮੈਂ ਤੁਹਾਡੇ ਤੇ ਧਿਆਨ ਕੀਤਾ ਤਾਂ ਦੇਖਿਆ ਕਿ ਤੁਸੀਂ ਪ੍ਰਭੂ ਆਪਣੇ ਪਰਮੇਸ਼ਵਰ ਦੇ ਵਿਰੁੱਧ ਪਾਪ ਕੀਤਾ ਸੀ। ਤੁਸੀਂ ਆਪਣੇ ਲਈ ਢਾਲ ਕੇ ਬੱਚਾ ਬਣਾ ਲਿਆ ਸੀ। ਇਸ ਤਰ੍ਹਾਂ ਢਾਲ ਤੁਸੀਂ ਕੁਝ ਹੀ ਸਮੇਂ ਵਿੱਚ ਪ੍ਰਭੂ ਦੇ ਦੱਸੇ ਰਾਹ ਨੂੰ ਛੱਡ ਕੇ ਕੁਰਾਹੇ ਪੈ ਗਏ ਸਨ। ਇਸ ਲਈ ਉਸ ਸਮੇਂ ਮੈਂ ਉਹ ਦੋਵੇਂ ਸਿਲਾਂ ਲਈਆਂ ਅਤੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਆਪਣੇ ਦੋਹਾਂ ਹੱਥਾਂ ਦੇ ਵਿੱਚੋਂ ਸੁੱਟ ਕੇ ਤੋੜ ਦਿੱਤੀਆਂ। ਤਦ ਮੈਂ ਇੱਕ ਵਾਰੀ ਫਿਰ ਪ੍ਰਭੂ ਦੇ ਸਾਹਮਣੇ 40 ਦਿਨਾਂ ਅਤੇ 40 ਰਾਤਾਂ ਤੱਕ ਬਿਨਾਂ ਕੁਝ ਖਾਇਆ ਪੀਆ ਡਿੱਗਿਆ ਰਿਹਾ। ਇਹ ਇਸ ਲਈ ਕਿ ਤੁਸੀਂ ਪ੍ਰਭੂ ਦੇ ਸਾਹਮਣੇ ਪਾਪ ਕੀਤਾ ਸੀ, ਜੋ ਉਸ ਦੀਆਂ ਨਜ਼ਰਾਂ ਵਿੱਚ ਬੁਰਾ ਸੀ, ਅਤੇ ਇਸੇ ਕਾਰਨ ਉਹ ਕ੍ਰੋਧਿਤ ਹੋ ਉੱਠਿਆ ਸੀ। ਉਸ ਸਮੇਂ ਪ੍ਰਭੂ ਹਾਰੂਨ ਨਾਲ ਵੀ ਬਹੁਤ ਗੁੱਸੇ ਹੋਇਆ ਤੇ ਉਸਨੂੰ ਨਾਸ਼ ਕਰਨਾ ਚਾਹਿਆ, ਪਰ ਮੈਂ ਉਸੇ ਘੜੀ ਹਾਰੂਨ ਦੇ ਲਈ ਵੀ ਪ੍ਰਾਰਥਨਾ ਕੀਤੀ ਸੀ। ਤਦ ਮੈਂ ਤੁਹਾਡੇ ਉਸ ਪਾਪ ਅਰਥਾਤ ਤੁਹਾਡੇ ਬਣਾਏ ਬੱਚੇ ਨੂੰ ਲਿਆ ਅਤੇ ਉਸਨੂੰ ਅੱਗ ਦੇ ਵਿੱਚ ਸਾੜ ਦਿੱਤਾ। ਫਿਰ ਮੈਂ ਸੜੇ ਬੱਚੇ ਦੇ ਛੋਟੇ-ਛੋਟੇ ਟੁਕੜੇ ਕਰਕੇ ਉਸਨੂੰ ਪੀ ਕੇ ਸਵਾਹ ਵਾਂਗ ਬਣਾ ਦਿੱਤਾ। ਉਸਦੇ ਪਿੱਛੋਂ ਮੈਂ ਉਸ ਸਵਾਹ ਨੂੰ ਪਹਾੜ ਤੋਂ ਹੇਠ ਵੱਲ ਵਗ ਰਹੇ ਨਾਲੇ ਵਿੱਚ ਸੁੱਟ ਦਿੱਤਾ। ਤੁਸੀਂ ਪ੍ਰਭੂ ਨੂੰ ਤਬੇਰਾ, ਮਸਾ ਅਤੇ ਕਿਬਰੋਥ ਹਤਿਆਵਾ ਦੀਆਂ ਥਾਵਾਂ ਤੇ ਵੀ ਕ੍ਰੋਧਿਤ ਕੀਤਾ ਸੀ। ਇਸੇ ਤਰ੍ਹਾਂ ਜਦੋਂ ਪ੍ਰਭੂ ਨੇ ਤੁਹਾਨੂੰ ਕਾਦੇਸ਼ ਬਰਨੇਆ ਵਿੱਚ ਇਹ ਆਗਿਆ ਦਿੱਤੀ, ਜਾਓ ਅਤੇ ਜਾ ਕੇ ਉਸ ਧਰਤੀ ਤੇ ਕਬਜ਼ਾ ਕਰੋ ਜੋ ਮੈਂ ਤੁਹਾਨੂੰ ਦਿੱਤੀ ਹੈ, ਤਾਂ ਤੁਸੀਂ ਪ੍ਰਭੂ ਆਪਣੇ ਪਰਮੇਸ਼ਵਰ ਦੇ ਇਹਨਾਂ ਸ਼ਬਦਾਂ ਤੇ ਧਿਆਨ ਨਾ ਦਿੱਤਾ ਅਤੇ ਨਾ ਹੀ ਉਸ ਤੇ ਵਿਸ਼ਵਾਸ ਕੀਤਾ। ਇਸੇ ਲਈ ਤੁਸੀਂ ਉੱਥੇ ਪ੍ਰਭੂ ਦਾ ਵਿਦਰੋਹ ਕੀਤਾ ਸੀ। ਮੈਂ ਉਸ ਦਿਨ ਤੋਂ ਜਾਣਦਾ ਹਾਂ ਕਿ ਤੁਸੀਂ ਪਰਮੇਸ਼ਵਰ ਦਾ ਵਿਰੋਧ ਕਰਦੇ ਆ ਰਹੇ ਹੋ। ਇਸ ਲਈ ਮੈਂ ਪ੍ਰਭੂ ਦੇ ਸਾਹਮਣੇ 40 ਦਿਨਾਂ ਤੇ 40 ਰਾਤਾਂ ਤੱਕ ਮੂੰਹ ਭਾਰ ਡਿੱਗਿਆ ਰਿਹਾ, ਕਿਉਂਕਿ ਉਸਨੇ ਤੁਹਾਨੂੰ ਨਾਸ਼ ਕਰਨ ਦਾ ਪੱਕਾ ਫੈਸਲਾ ਕੀਤਾ ਸੀ। ਉਸ ਸਮੇਂ ਮੈਂ ਪ੍ਰਭੂ ਸਾਹਮਣੇ ਇਹ ਕਹਿ ਕੇ ਪ੍ਰਾਰਥਨਾ ਕੀਤੀ, ਹੇ ਪ੍ਰਭੂ ਪਰਮੇਸ਼ਵਰ, ਆਪਣੇ ਲੋਕਾਂ ਅਰਥਾਤ ਵਿਰਸੇ ਨੂੰ ਨਾਸ਼ ਨਾ ਕਰ। ਤੂੰ ਇਹਨਾਂ ਨੂੰ ਆਪਣੀ ਮਹਾਨਤਾ ਦੇ ਦੁਆਰਾ ਬਚਾਇਆ ਹੈ। ਤੂੰ ਇਹਨਾਂ ਨੂੰ ਆਪਣੇ ਬਲੀ ਹੱਥਾਂ ਨਾਲ ਮਿਸਰ ਤੋਂ ਕੱਢ ਕੇ ਲਿਆਇਆ ਹੈ। ਹੇ ਪ੍ਰਭੂ, ਆਪਣੇ ਸੇਵਾਦਾਰਾਂ ਅਬਰਾਹਮ, ਇਜ਼ਾਕ ਅਤੇ ਯਾਕੂਬ ਨੂੰ ਯਾਦ ਕਰ।
ਤੂੰ ਇਹਨਾਂ ਲੋਕਾਂ ਦੇ ਹਠੀਪਨ, ਇਹਨਾਂ ਦੇ ਅਧਰਮ ਅਤੇ ਪਾਪ ਤੇ ਧਿਆਨ ਨਾ ਦੇ, ਨਹੀਂ ਤਾਂ ਉਸ ਧਰਤੀ ਅਰਥਾਤ ਮਿਸਰ ਦੇ ਲੋਕ ਇਹ ਕਹਿਣਗੇ, ਪ੍ਰਭੂ ਉਹਨਾਂ ਨੂੰ ਉਸ ਧਰਤੀ ਤੇ ਨਾ ਲਿਜਾ ਸਕਿਆ ਜਿਸ ਦਾ ਉਸਨੇ ਉਹਨਾਂ ਨੂੰ ਵਚਨ ਦਿੱਤਾ ਸੀ। ਪ੍ਰਭੂ ਉਹਨਾਂ ਨੂੰ ਘਿਰਣਾ ਕਰਦਾ ਸੀ, ਇਸ ਲਈ ਉਹ ਉਹਨਾਂ ਨੂੰ ਉਜਾੜ ਵਿੱਚ ਲੈ ਗਿਆ ਅਤੇ ਕਿ ਉੱਥੇ ਉਹਨਾਂ ਨੂੰ ਖਤਮ ਕਰ ਸਕੇ। ਉਹ ਫਿਰ ਵੀ ਤੇਰੇ ਲੋਕ ਅਤੇ ਵਿਰਸਾ ਹਨ। ਤੂੰ ਉਹਨਾਂ ਨੂੰ ਆਪਣੀ ਮਹਾਨ ਸ਼ਕਤੀ ਅਤੇ ਅੱਗੇ ਵਧੀ ਬਾਂਹ ਦੇ ਜ਼ੋਰ ਨਾਲ ਮਿਸਰ ਤੋਂ ਬਾਹਰ ਲਿਆਇਆ ਹੈ। ਆਮੀਨ। ਸੋ ਹੁਣ ਅਸੀਂ ਇਹ ਦੇਖਦੇ ਪਾ, ਔਰ ਇਸ ਕਰਕੇ ਅਸੀਂ ਘੜੀ ਮੂਰਤ ਔਰ ਸੂਰਤ ਨਹੀਂ ਬਣਾਉਂਦੇ। ਸਾਡੇ ਕੋਲ ਜਿਹੜਾ ਪ੍ਰਭੂ ਦਾ ਸਾਨੂੰ ਵਚਨ ਦਿੱਤਾ ਗਿਆ, ਜਿਹੜਾ ਨੇਮ ਦਿੱਤਾ ਗਿਆ, ਉਸ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਪ੍ਰਭੂ ਨੇ ਇੱਕ ਲਿਖਤ ਦਿੱਤੀ ਆ, ਔਰ ਉਹ ਲਿਖਤ ਅਸੀਂ ਪੜ੍ਹ ਸਕਦੇ। ਇਸੇ ਤਰ੍ਹਾਂ ਪ੍ਰਭੂ ਨੇ ਸਾਨੂੰ ਇਹ ਵਚਨ ਦਿੱਤਾ, ਇਸ ਨੂੰ ਅਸੀਂ ਪੜ੍ਹ ਸਕਦੇ ਹਾਂ। ਅੱਗ ਦੇ ਵਿੱਚੋਂ ਪ੍ਰਭੂ ਬੋਲਿਆ ਔਰ ਉਹ ਸੁਣ ਸਕਦੇ ਸੀ। ਇਸੇ ਤਰ੍ਹਾਂ ਚੇਲਿਆਂ ਦੇ ਉੱਤੇ ਅੱਗ ਉਤਰੀ, ਪਵਿੱਤਰ ਆਤਮਾ ਉਤਰੀ, ਔਰ ਉਹ ਜਿਸਲੇ ਬੋਲਦੇ ਸੀਗੇ ਤੇ ਲੋਕ ਸੁਣਦੇ ਸੀ। ਇਸੇ ਤਰ੍ਹਾਂ ਉਹ ਅੱਜ ਵੀ ਉਹ ਅਗਨੀ ਸਾਡੇ ਨਾਲ ਆ। ਜਿਸ ਵੇਲੇ ਵੀ ਕੋਈ ਪ੍ਰਭੂ ਦਾ ਬੰਦਾ ਵਚਨ ਸੁਣਾ ਰਿਹਾ ਹੁੰਦਾ, ਉਹ ਪ੍ਰਭੂ ਦੀ ਆਵਾਜ਼ ਸੁਣਦੀ ਆ। ਉਸ ਦੇ ਵਿੱਚੋਂ ਠੀਕ ਆ, ਕਈ ਵਾਰੀ ਮੈਂ ਵੀ ਆਪਣੇ ਆਪ ਨੂੰ ਰਿਪੀਟ ਕਰਦਾ, ਇਹ ਮਾਨਵਤਾ ਆ ਸਾਡੀ। ਲੇਕਿਨ ਜਿਹੜੀ ਚੀਜ਼ ਦੇਖਣ ਵਾਲੀ ਆ ਕਿ ਇਸ ਦੇ ਵਿੱਚੋਂ ਮੇਰਾ ਪ੍ਰਭੂ ਨੇ ਮੇਰੇ ਲਈ ਕੀ ਬੋਲਿਆ। ਸੋ ਇਸ ਕਰਕੇ ਅਸੀਂ ਸੁਣਦੇ ਹਾਂ, ਇਸ ਕਰਕੇ ਅਸੀਂ ਪੜ੍ਹਦੇ ਹਾਂ। ਸੋ ਇਹ ਜਿਹੜੀ ਚੀਜ਼ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਕਿ ਪ੍ਰਭੂ ਨੇ ਕਿਹਾ ਸੀ ਕਿ ਮੈਂ ਮੂਸਾ ਤੋਂ ਇੱਕ ਨਵੀਂ ਕੌਮ ਪੈਦਾ ਕਰ ਲੂੰਗਾ। तो इन्होंने भाजी मैं इंटरप्ट कर दी थोनू, मैंने अपना लिंक भेजूंगा, मेरी फ्रेंड ने देखना सी सर्विस नो। अच्छा, मैं इस वेले तो सिस्टर जी कोई जाना सिस्टर नु लिंक मैं सेंड करता ऑलरेडी। पक्का, थैंक यू बेटा। सो या सो अगर ਅਸੀਂ ਜਿਸ ਵੇਲੇ ਅਸੀਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾਣੇ ਆ, ਜਾਂ ਅਸੀਂ ਵਚਨ ਪੜ੍ਹ ਰਹੇ ਹੁੰਨੇ, ਜਾਂ ਅਸੀਂ ਵਚਨ ਸੁਣ ਰਹੇ ਹੁੰਦੇ, ਇਸੇ ਤਰ੍ਹਾਂ ਅੱਗ ਦੇ ਵਿੱਚੋਂ ਵਚਨ ਇਹਨਾਂ ਨੇ ਸੁਣਿਆ ਔਰ ਲਿਖਤਾਂ ਪ੍ਰਭੂ ਨੇ ਦਿੱਤੀਆਂ। ਔਰ ਇਸ ਕਰਕੇ ਸਾਡਾ ਜਿਹੜਾ ਧਿਆਨ ਆ ਉਹਦੇ ਸ਼ਬਦ ਵੱਲ ਲੱਗਦਾ, ਉਹਦਾ ਸ਼ਬਦ ਜਿਹੜਾ ਆ ਉਹ ਸਾਡੇ ਅੰਦਰ ਜਾਂਦਾ, ਉਹਦਾ ਜਿਹੜਾ ਸ਼ਬਦ ਆ ਉਹ ਦੇਤਾਰੀ ਹੁੰਦਾ, ਔਰ ਉਹ ਸਾਨੂੰ ਤਾਕਤ ਦਿੰਦਾ, ਤਰਾਵਟ ਦਿੰਦਾ, ਨਵਾਂਪਨ ਦਿੰਦਾ ਕਿ ਅਸੀਂ ਪ੍ਰਭੂ ਦੇ ਵਿੱਚ ਵੱਧ ਸਕੀਏ, ਪ੍ਰਭੂ ਦੇ ਵਿੱਚ ਵੱਧ ਸਕੀਏ। ਲੇਕਿਨ ਇਹ ਜਿਹੜੇ ਲੋਕ ਸੀਗੇ, ਅਸੀਂ ਹੁਣ ਇੱਥੇ ਦੋ ਚੀਜ਼ਾਂ ਦੇਖਦੇ ਹਾਂ ਕਿ ਇਹ ਲੋਕ ਉਸ ਧਰਤੀ ਤੇ, ਵਾਅਦੇ ਦੀ ਧਰਤੀ ਤੇ ਜਾਣ ਦੇ ਯੋਗ ਸੀਗੇ? ਬਿਲਕੁਲ ਨਹੀਂ। ਕਿ ਜਿਹੜੇ ਇਹ ਬੱਚੇ ਜਾ ਰਹੇ ਆ, ਇਹ ਯੋਗ ਹੈਗੇ ਆ? ਨੋ, ਇਹ ਵੀ ਨਹੀਂ ਯੋਗ ਹੈ। ਲੇਕਿਨ ਪ੍ਰਭੂ ਦੀ ਦਇਆ ਔਰ ਕਿਰਪਾ ਦੇ ਕਰਕੇ ਇਹਨਾਂ ਨੇ ਉਹ ਧਰਤੀ ਪ੍ਰਾਪਤ ਕਰਨੀ ਹੈ, ਔਰ ਉੱਥੇ ਪਹਿਲਾ ਨੇਮ ਪੂਰਾ ਹੋਣਾ। ਔਰ ਇਸੇ ਤਰ੍ਹਾਂ ਜਿਸ ਵੇਲੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਜੋ ਸਾਨੂੰ ਆਤਮਿਕ ਗੁਲਾਮੀ ਦੇ ਵਿੱਚੋਂ ਛੁਡਾ ਕੇ ਲੈ ਕੇ ਆਇਆ, ਤਾਂ ਉਸਨੇ ਕਿਹਾ ਕਿ ਜੋ ਕੁਛ ਮੇਰੇ ਬਾਪ ਨੇ ਮੈਨੂੰ ਸੌਂਪਿਆ ਸਭ ਤੋਂ ਉੱਤਮ, ਔਰ ਅੰਤ ਦੇ ਦਿਨ ਮੈਂ ਫਿਰ ਉਸ ਨੂੰ ਜ਼ਿੰਦਾ ਕਰਾਂਗਾ। ਉਹ ਸਾਡੀ ਖਾਤਰ ਨਹੀਂ ਕਿ ਅਸੀਂ ਧਰਮੀ, ਉਹ ਮੇਰੇ ਧਰਮ ਦੀ ਖਾਤਰ ਨਹੀਂ, ਉਹ ਆਪਣਾ ਪ੍ਰਭੂ ਯਿਸੂ ਮਸੀਹ ਦਾ ਧਰਮ ਜਿਹੜਾ ਉਸਨੇ ਕਰਮ ਕੀਤਾ ਸਾਡੇ ਲਈ, ਉਹਦੇ ਕਰਮ ਦੇ ਕਰਕੇ ਜੋ ਉਸਨੇ ਦੂਜੇ ਨੇਮ ਨੂੰ, ਦੂਸਰਾ ਨੇਮ ਦੇ ਵਿੱਚ ਜਿਹੜੇ ਉਸਨੇ ਵਾਅਦੇ ਕੀਤੇ ਆ, ਉਸ ਵਾਅਦੇ ਨੂੰ ਉਸਨੇ ਰੱਖਣਾ, ਮੈਂ ਨਹੀਂ ਰੱਖਣਾ, ਉਹਨੇ ਪੂਰਾ ਕਰਨਾ। ਅਗਰ ਮੇਰੇ ਕੋਲ ਭਲਾਈ ਕਰਾਉਂਦਾ ਤੇ ਉਹ ਪਵਿੱਤਰ ਆਤਮਾ ਦੇ ਕੇ ਕਰਾਉਂਦਾ, ਉਹ ਵੀ ਉਹਦਾ ਹੀ ਕੰਮ। ਸੋ ਉਹਨੂੰ ਵੀ ਮੈਂ ਗਿਣ ਨਹੀਂ ਸਕਦਾ ਕਿ ਪ੍ਰਭੂ ਨੇ ਮੇਰੇ ਤੋਂ ਆਹ ਭਲਾ ਕੰਮ ਕਰਾਇਆ, ਮੇਰੇ ਤੋਂ ਉਹ ਭਲਾ ਕੰਮ ਕਰਾਇਆ, ਉਹ ਮੈਂ ਲਾਈਨਾਂ ਨਹੀਂ ਲਾ ਸਕਦਾ, ਕਿਉਂਕਿ ਉਹ ਪਵਿੱਤਰ ਆਤਮਾ ਦੀ ਤਾਕਤ ਦੇ ਨਾਲ ਮੈਂ ਕਰ ਰਿਹਾ। ਔਰ ਜਿੰਨਾ ਮੈਂ ਆਪਣੀ ਮੈਂ ਨੂੰ ਖਾਲੀ ਕਰੂੰਗਾ, ਓਨਾ ਪ੍ਰਭੂ ਦੀ ਹਜ਼ੂਰੀ ਆਏਗੀ, ਔਰ ਓਨੀ ਪ੍ਰਭੂ ਦੀ ਹਜ਼ੂਰੀ ਮੈਨੂੰ ਵਰਤੇਗੀ, ਉਹਦੀ ਖਾਤਰ, ਯਿਸੂ ਦੀ ਖਾਤਰ। ਮੈਂ ਸੋ ਆਓ ਅਸੀਂ ਹੁਣ ਪਹੁੰਚ ਗਏ ਹਾਂ 10ਵੇਂ ਚੈਪਟਰ ਦੇ ਵਿੱਚ, ਔਰ ਅਸੀਂ ਇਸ ਦੀਆਂ ਪਹਿਲੀਆਂ 11 ਆਇਤਾਂ ਦੇਖਾਂ। ਮੈਂ ਪੜ੍ਹਦੀ ਹਾਂ। ਮੂਸਾ ਦੁਆਰਾ ਹੁਕਮਾਂ ਦਾ ਮਿਲਣਾ।
ਤਦ ਪ੍ਰਭੂ ਨੇ ਮੈਨੂੰ ਕਿਹਾ, ਪਹਿਲੇ ਵਰਗੀਆਂ ਤਰਾਸ਼ ਕੇ 2 ਪੱਥਰ ਦੀਆਂ ਸਿੱਲਾਂ ਬਣਾ ਅਤੇ ਉਹਨਾਂ ਸਿੱਲਾਂ ਤੇ ਰੱਖਣ ਲਈ ਇਹ ਲੱਕੜੀ ਦਾ ਸੰਦੂਕ ਵੀ ਬਣਾ ਲੈ। ਫਿਰ ਤੂੰ ਉਹ ਸਿੱਲਾਂ ਲੈ ਕੇ ਮੇਰੇ ਕੋਲ ਉੱਪਰ ਪਹਾੜ ਉੱਤੇ ਆ। ਮੈਂ ਉਹਨਾਂ ਸਿੱਲਾਂ ਤੇ ਉਹ ਸਭ ਗੱਲਾਂ ਫਿਰ ਲਿਖਾਂਗਾ ਜੋ ਤੂੰ ਤੋੜ ਦਿੱਤੀਆਂ ਹਨ, ਪਰ ਇਸ ਵਾਰੀ ਤੂੰ ਇਹਨਾਂ ਸਿੱਲਾਂ ਨੂੰ ਸੰਦੂਕ ਵਿੱਚ ਰੱਖ ਦੇਵੀਂ। ਇਸ ਲਈ ਮੈਂ ਕਿੱਕਰ ਦੀ ਲੱਕੜ ਦਾ ਸੰਦੂਕ ਬਣਾਇਆ ਅਤੇ ਪਹਿਲੇ ਵਰਗੀਆਂ ਪੱਥਰ ਦੀਆਂ 2 ਸਿੱਲਾਂ ਵੀ ਤਰਾਸ਼ ਕੇ ਬਣਾ ਲਈਆਂ। ਫਿਰ ਉਹ ਦੋਵੇਂ ਸਿੱਲਾਂ ਲੈ ਕੇ ਮੈਂ ਪਹਾੜ ਤੇ ਚੜ ਗਿਆ। ਪ੍ਰਭੂ ਨੇ ਉਹਨਾਂ ਦੋਹਾਂ ਸਿੱਲਾਂ ਤੇ ਉਹ ਪਹਿਲੇ ਵਾਲੀਆਂ ਹੀ ਗੱਲਾਂ ਅਰਥਾਤ 10 ਲਿਖੇ। ਇਹ 10 ਹੁਕਮ ਉਸਨੇ ਤੁਹਾਡੀ ਸਭਾ ਵਾਲੇ ਦਿਨ ਅੱਗ ਦੇ ਵਿੱਚੋਂ ਪਹਾੜ ਤੇ ਤੁਹਾਨੂੰ ਬੋਲੇ ਸਨ। ਤਦ ਪ੍ਰਭੂ ਨੇ ਉਹ ਦੋਵੇਂ ਸਿੱਲਾਂ ਮੈਨੂੰ ਵਾਪਸ ਦੇ ਦਿੱਤੀਆਂ। ਮੈਂ ਉਹ ਦੋਵੇਂ ਸਿੱਲਾਂ ਲੈ ਕੇ ਪਹਾੜ ਤੋਂ ਥੱਲੇ ਮੁੜ ਆਇਆ ਤੇ ਉਹਨਾਂ ਨੂੰ ਪ੍ਰਭੂ ਦੀ ਆਗਿਆ ਅਨੁਸਾਰ ਉਸ ਸੰਦੂਕ ਵਿੱਚ ਰੱਖ ਦਿੱਤਾ ਜੋ ਮੈਂ ਬਣਾਇਆ ਸੀ, ਅਤੇ ਉਹ ਸਿੱਲਾਂ ਅੱਜ ਵੀ ਉਸੇ ਤਰ੍ਹਾਂ ਉਸੇ ਵਿੱਚ ਹਨ। ਇਸ ਦੇ ਪਿੱਛੋਂ ਇਸਰਾਏਲੀ ਲੋਕੀ ਬੇਅਰੋਤ ਆਕਾਨ ਦੀ ਥਾਂ ਤੋਂ ਚੱਲ ਕੇ ਮੋਸ਼ੇਰਾ ਦੀ ਥਾਂ ਤੱਕ ਪਹੁੰਚੇ। ਉੱਥੇ ਹਾਰੂਨ ਮਰ ਗਿਆ ਅਤੇ ਉਸਦੇ ਲੋਕਾਂ ਨੇ ਉਸਦੀ ਲਾਸ਼ ਨੂੰ ਉੱਥੇ ਹੀ ਦੱਬ ਦਿੱਤਾ। ਹਾਰੂਨ ਦੀ ਮੌਤ ਦੇ ਪਿੱਛੋਂ ਉਸਦੀ ਥਾਂ ਪੁਰੋਹਿਤ ਦੇ ਤੌਰ ਤੇ ਉਸਦੇ ਪੁੱਤਰ ਅਲਅਜ਼ਾਰ ਨੇ ਸੰਭਾਲੀ। ਫਿਰ ਉਹ ਦੋਵੇਂ ਉੱਥੋਂ ਚੱਲ ਕੇ ਅੱਗੇ ਪਾਣੀਆਂ ਦੇ ਦੇਸ਼ ਯਾਤਬਾਤਾਰ ਵਿੱਚ ਪਹੁੰਚੇ। ਉਸ ਸਮੇਂ ਪ੍ਰਭੂ ਨੇ ਲੇਵੀ ਦੇ ਕਬੀਲੇ ਦੇ ਲੋਕਾਂ ਨੂੰ ਆਪਣੀ ਸੇਵਾ ਦੇ ਲਈ ਵੱਖ ਕਰ ਲਿਆ। ਉਹਨਾਂ ਨੂੰ ਉਸ ਨੇ ਸੰਦੂਕ ਚੁੱਕਣ, ਆਪਣੇ ਸਾਹਮਣੇ ਖੜੇ ਹੋਣ ਅਤੇ ਆਪਣੇ ਨਾਂ ਦੀ ਉਪਾਸਨਾ ਕਰਨ ਦੇ ਲਈ ਚੁਣ ਲਿਆ। ਇਹ ਸਭ ਅੱਜ ਤੱਕ ਇਸੇ ਤਰ੍ਹਾਂ ਹੁੰਦਾ ਆ ਰਿਹਾ ਹੈ। ਇਸੇ ਲਈ ਲੇਵੀ ਦੇ ਕਬੀਲੇ ਦੇ ਲੋਕਾਂ ਨੂੰ ਉਹਨਾਂ ਦੇ ਭਰਾਵਾਂ ਦੀ ਮਲਕੀਅਤ ਵਿੱਚੋਂ ਕੋਈ ਹਿੱਸਾ ਨਾ ਮਿਲਿਆ। ਪ੍ਰਭੂ ਤੁਹਾਡਾ ਪਰਮੇਸ਼ਰ ਉਹਨਾਂ ਨੂੰ ਦਿੱਤੇ ਵਚਨ ਅਨੁਸਾਰ ਆਪ ਹੀ ਉਹਨਾਂ ਦੀ ਮਲਕੀਅਤ ਹੈ। ਸੋ ਮੈਂ ਪਹਾੜ ਤੇ ਪਹਿਲੇ ਦੀ ਤਰ੍ਹਾਂ 40 ਦਿਨ ਅਤੇ 40 ਰਾਤ ਠਹਿਰਿਆ। ਪ੍ਰਭੂ ਨੇ ਮੇਰੀ ਇਸ ਵਾਰ ਵੀ ਸੁਣ ਲਈ ਅਤੇ ਉਹ ਮੰਨ ਗਿਆ ਕਿ ਉਹ ਤੁਹਾਨੂੰ ਨਾਸ਼ ਨਹੀਂ ਕਰੇਗਾ। ਤਦ ਪ੍ਰਭੂ ਨੇ ਮੈਨੂੰ ਕਿਹਾ, ਉੱਠ ਅਤੇ ਤੂੰ ਲੋਕਾਂ ਦੇ ਅੱਗੇ ਅੱਗੇ ਚੱਲ ਕੇ ਮੇਰੀ ਉਹਨਾਂ ਦੇ ਪੁਰਖਿਆਂ ਨਾਲ ਚੁੱਕੀ ਸਹੁੰ ਅਨੁਸਾਰ ਉਹ ਉਸ ਧਰਤੀ ਤੇ ਕਬਜ਼ਾ ਕਰਨ। ਆਮੀਨ। ਸੋ ਕਿੰਨੀ ਭਾਰੀ ਇਹਨਾਂ ਨੇ ਪ੍ਰਭੂ ਦੀ ਬੇਇੱਜ਼ਤੀ ਕੀਤੀ। ਪ੍ਰਭੂ ਉੱਥੇ ਹਾਲੇ ਤੱਕ ਜਿਸ ਪਹਾੜ ਸਾਇਨਾਈ ਦੇ ਉੱਤੇ ਗਿਆ ਔਰ ਅਸੀਂ ਉਸ ਪਹਾੜ ਨੂੰ ਦੇਖਿਆ ਤੇ ਕਿੱਦਾਂ ਉਹ ਪਹਾੜ ਉੱਤੋਂ ਸੜਿਆ ਪਿਆ, ਇੱਕ ਲਾਈਨ ਉਸ ਦੇ ਆਲੇ ਦੁਆਲੇ, ਉਸ ਤੋਂ ਉੱਤੇ ਉਹ ਪਹਾੜ ਸੜਿਆ ਪਿਆ। ਜਿਹੜੇ ਪੱਥਰ ਆ ਉਹ ਬਾਹਰੋਂ ਸਾਰੇ ਕਾਲੇ ਆ, ਲੇਕਿਨ ਜਿਸਲੇ ਤੁਸੀਂ ਤੋੜਦੇ ਆ ਉਹਨਾਂ ਪੱਥਰਾਂ ਨੂੰ, ਗੱਭਿਓਂ ਤੋੜਦੇ ਆ ਤੇ ਉਹਨਾਂ ਦਾ ਰੰਗ ਬਿਲਕੁਲ ਜਿਹੜੇ ਥੱਲੇ ਪੱਥਰ ਆ ਉਹਨਾਂ ਵਰਗਾ। ਅਸੀਂ ਉਹ ਸਾਰੀਆਂ ਚੀਜ਼ਾਂ ਦੇਖੀਆਂ। ਪ੍ਰਭੂ ਅੱਗ ਦੀ ਹਜ਼ੂਰੀ ਦੇ ਵਿੱਚ, ਪ੍ਰਭੂ ਦੀ ਹਜ਼ੂਰੀ ਉੱਥੇ ਹੈਗੀ ਔਰ ਮੂਸਾ ਉਹਦੇ ਅੰਦਰ ਗਿਆ। ਇਹ ਸਭ ਕੁਛ ਆਪਣੇ ਲਾਗੇ ਹੁੰਦਿਆਂ ਹੋਇਆਂ ਔਰ ਉਹਦਾ ਦਿੱਤਾ ਹੋਇਆ ਮੰਨਾ ਖਾਂਦੇ ਹੋ। ਔਰ ਉਹ ਪਾਣੀ ਜਿਹੜਾ ਪ੍ਰਭੂ ਨੇ ਚੱਟਾਨ ਦੇ ਵਿੱਚੋਂ, ਜਿਹੜਾ ਅਸੀਂ ਉਹ ਚੱਟਾਨ ਵੀ ਦੇਖੀ ਆ, ਉਸ ਚੱਟਾਨ ਵਿੱਚੋਂ ਪ੍ਰਭੂ ਨੇ ਜਿਹੜਾ ਉਹਨਾਂ ਨੂੰ ਪੀਣ ਨੂੰ ਪਾਣੀ ਦਿੱਤਾ। ਇਹ ਸਭ ਕੁਛ ਹੋਇਆ, ਸਾਰੀਆਂ ਚੀਜ਼ਾਂ ਉੱਥੇ ਹੁੰਦਿਆਂ ਹੋਇਆਂ ਉਹ ਪ੍ਰਭੂ ਦੇ, ਤੁਸੀਂ ਕਹਿ ਸਕਦੇ ਆ ਕਿ ਇਹਨਾਂ ਦੇ ਲਈ ਮਿਰਾਕਲ ਹੋ ਨਹੀਂ ਰਹੇ ਸੀ, ਇਹ ਮਿਰਾਕਲ ਜੀ ਰਹੇ ਸੀ। ਔਰ ਫਿਰ ਐਡਾ ਵੱਡਾ ਪਾਪ ਕਰਨਾ, ਇੰਨੀ ਕੁ ਹਾਲਤ ਆ ਇਨਸਾਨ ਦੀ, ਇਹ ਹਾਲਤ ਹੈ ਇਨਸਾਨ ਦੀ। ਲੇਕਿਨ ਪ੍ਰਭੂ ਨੇ ਫਿਰ ਵੀ ਇਹਨਾਂ ਨੂੰ ਮਾਫ ਕਰ ਦਿੱਤਾ ਔਰ ਫਿਰ ਵੀ ਇਹਨਾਂ ਨੂੰ ਕਿਹਾ ਕਿ ਮੂਸਾ ਨੂੰ ਕਿਹਾ ਕਿ ਤੂੰ ਉਹਨਾਂ ਦੇ ਅੱਗੇ ਅੱਗੇ ਚੱਲ, ਔਰ ਤਾਂ ਕਿ ਉਹਨਾਂ ਨੂੰ ਮੈਂ ਉਸ ਵਾਅਦੇ ਦੀ ਧਰਤੀ ਤੇ ਲੈ ਕੇ ਜਾਵਾਂ ਜੋ ਮੈਂ ਇਹਨਾਂ ਦੇ ਬਜ਼ੁਰਗ ਅਬਰਾਹਮ ਨੂੰ, ਇਸਹਾਕ ਨੂੰ ਤੇ ਯਾਕੂਬ ਨੂੰ ਮੈਂ ਜਿਸ ਦਾ ਪ੍ਰੋਮਿਸ ਦਿੱਤਾ, ਜਿਸ ਦਾ ਮੈਂ ਵਾਅਦਾ ਦਿੱਤਾ ਹੈ। ਕਿਉਂ ਪ੍ਰਭੂ ਇਹ ਕਰਦਾ? ਕਿਉਂਕਿ ਜਿਸਲੇ ਦੂਸਰੀ ਵਾਰੀ ਮੂਸਾ ਗਿਆ ਸੀ ਤੇ ਮੂਸਾ ਨੇ ਇੱਕ ਚੀਜ਼ ਹੋਰ ਪ੍ਰਭੂ ਤੋਂ ਮੰਗੀ ਸੀ, ਔਰ ਉਹ ਸੀ ਕਿ ਪ੍ਰਭੂ ਜੇ ਤੂੰ ਸੱਚਮੁੱਚ ਮੇਰੇ ਤੇ ਜਿਸ ਤਰ੍ਹਾਂ ਤੂੰ ਕਹਿਣਾ ਤੇ ਮੈਨੂੰ ਆਪਣੀ ਮਹਿਮਾ ਦਿਖਾ। ਹੁਣ ਇੱਥੇ ਅਸੀਂ ਦੇਖ ਸਕਦੇ ਹਾਂ, ਕਿਉਂਕਿ ਇਹਨਾਂ 'ਚ ਬਹੁਤੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਅਸੀਂ ਪਿੱਛੇ ਨਹੀਂ ਪੜ੍ਹ ਕੇ ਆਏ। ਇਹ ਬਹੁਤੀਆਂ ਚੀਜ਼ਾਂ ਇਸ ਸਾਰ ਦੇ ਵਿੱਚ ਸਾਨੂੰ ਮਿਲਦੀਆਂ ਪਈਆਂ, ਔਰ ਇਸ ਸਾਰ ਦੇ ਵਿੱਚ ਸਾਨੂੰ ਇਹ ਚੀਜ਼ਾਂ ਮਿਲਦੀਆਂ ਪਈਆਂ ਕਿ ਸਾਨੂੰ ਮੂਸਾ ਹੋਰ ਥੋੜਾ ਜਿਹਾ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਲੈ ਕੇ ਜਾਂਦਾ ਪਿਆ। ਉਹਨਾਂ 40 ਦਿਨਾਂ ਦੇ ਵਿੱਚ ਹੋਰ ਲੈ ਕੇ ਜਾਂਦਾ ਪਿਆ ਕਿ ਉਸਨੇ ਉਸ 40 ਦਿਨਾਂ ਦੇ ਵਿੱਚ ਮੂਸਾ ਨੇ ਪ੍ਰਾਸ਼ਚਿਤ ਕੀਤਾ ਇਹਨਾਂ ਲੋਕਾਂ ਦੇ ਲਈ, ਔਰ ਇਹਨਾਂ ਲੋਕਾਂ ਦੇ ਲਈ ਉਸਨੇ ਇਹਨਾਂ ਦੀ ਜਾਨ ਦੇ ਲਈ ਪ੍ਰਭੂ ਦੇ ਅੱਗੇ ਦੁਆ ਕੀਤੀ। ਠੀਕ, ਔਰ ਪ੍ਰਭੂ ਯਿਸੂ ਮਸੀਹ ਨੇ ਸਲੀਬ ਦੇ ਉੱਤੇ ਕੀ ਕੀਤਾ?
ਐ ਬਾਪ ਇਹਨਾਂ ਨੂੰ ਮਾਫ ਕਰ, ਇਹ ਨਹੀਂ ਜਾਣਦੇ ਕਿ ਇਹ ਕੀ ਕਰਦੇ। ਤਾਂ ਫਿਰ ਉਸ ਦੁਆ ਦੇ ਕਰਕੇ ਜੋ ਉਸਦੇ ਆਲੇ ਦੁਆਲੇ ਦੋ ਸੀਗੇ, ਇੱਕ ਨੇ, ਇੱਕ ਹਠੀ ਸੀਗਾ, ਉਹ ਨਹੀਂ ਮੰਨਿਆ। ਉਹ ਮਿਰਾਕਲ ਚਾਹੁੰਦਾ ਸੀ ਕਿ ਤੂੰ ਸੱਚਮੁੱਚ ਪਰਮੇਸ਼ਰ ਦਾ ਪੁੱਤਰ ਹੈ ਤੇ ਫਿਰ ਤੂੰ ਵੀ ਥੱਲੇ ਆ ਜਾ ਤੇ ਸਾਨੂੰ ਵੀ ਥੱਲੇ ਉਤਾਰ ਦੇ। ਲੇਕਿਨ ਦੂਸਰੇ ਨੇ ਕਿਹਾ ਕਿ ਪ੍ਰਭੂ ਮੈਨੂੰ ਯਾਦ ਕਰੀ, ਮੈਨੂੰ ਯਾਦ ਰੱਖੀ ਜਦ ਤੂੰ ਆਪਣੀ ਮਹਿਮਾ ਦੇ ਵਿੱਚ ਆਏ। ਉਹੀ ਮਹਿਮਾ ਜੋ ਮਹਿਮਾ ਇੱਥੇ ਉਸਨੂੰ ਦੇਖਣ ਦੇ ਲਈ ਮਿਲੀ। ਮੈਂ 2 ਮਿੰਟ ਤੁਹਾਨੂੰ ਕੂਚ ਦੇ ਵਿੱਚ ਲੈ ਕੇ ਜਾਣਾ ਮੰਗਦਾ। ਕੂਚ ਦੇ ਵਿੱਚ ਇਹ ਜਿਹੜਾ ਚੈਪਟਰ ਹੈ ਕੂਚ ਦਾ, ਇਸ 34ਵਾਂ ਭਾਗ, ਕੂਚ ਦਾ 34ਵਾਂ ਭਾਗ, ਉਸਦੀਆਂ ਪਹਿਲੀਆਂ ਥੋੜੀਆਂ ਜਿਹੀਆਂ ਆਇਤਾਂ ਪੜਾਂਗੇ ਔਰ ਉੱਥੋਂ ਜਿਹੜੀ ਵਿਰਸੇ ਦੀ ਗੱਲ ਉਹ ਕਹਿ ਰਿਹਾ, ਇਹ ਵਿਰਸੇ ਦੀ ਗੱਲ ਉੱਥੇ ਪੂਰੀ ਹੁੰਦੀ ਪਈ ਹੈ। ਸੋ ਅਸੀਂ ਇਸ ਦੀਆਂ ਪਹਿਲੀਆਂ 9 ਆਇਤਾਂ ਪੜਾਂਗੇ। 34ਵਾਂ ਭਾਗ ਪਹਿਲੀਆਂ 9 ਆਇਤਾਂ। ਮੈਂ ਪੜ੍ਹਨੀ ਬਸ। ਉਹ ਹੈ ਮੇਰੀ ਪੱਟੀਆਂ ਦਾ ਫਿਰ ਲਿਖਿਆ ਜਾਣਾ। ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਹੁਣ ਫਿਰ ਪਹਿਲੇ ਵਰਗੀਆਂ ਪੱਥਰ ਦੀਆਂ 2 ਪੱਟੀਆਂ ਕੱਟ ਕੇ ਤਿਆਰ ਕਰ ਜੋ ਤੂੰ ਤੋੜ ਦਿੱਤੀਆਂ ਹਨ। ਮੈਂ ਉਹਨਾਂ ਉੱਤੇ ਪਹਿਲੇ ਵਾਲੀਆਂ ਗੱਲਾਂ ਫਿਰ ਲਿਖਾਂਗਾ। ਤੂੰ ਕੱਲ ਅੰਮ੍ਰਿਤ ਵੇਲੇ ਤਿਆਰ ਹੋ ਕੇ ਮੇਰੇ ਕੋਲ ਸੀਨੇ ਪਹਾੜ ਦੀ ਚੋਟੀ ਤੇ ਫਿਰ ਆ ਜਾ। ਧਿਆਨ ਰੱਖਣਾ ਕਿ ਤੇਰੇ ਨਾਲ ਕੋਈ ਦੂਜਾ ਮਨੁੱਖ ਪਹਾੜ ਤੇ ਨਾ ਆਵੇ ਤੇ ਨਾ ਹੀ ਕੋਈ ਇਸ ਦੇ ਲਾਗੇ ਦਿਖਾਈ ਦੇਵੇ, ਇੱਥੋਂ ਤੱਕ ਕਿ ਕੋਈ ਪਸ਼ੂ ਪਹਾੜ ਦੇ ਹੇਠਾਂ ਤੱਕ ਚੁਗੇ ਨਾ। ਸੋ ਮੂਸਾ ਨੇ ਪਹਿਲੇ ਵਰਗੀਆਂ ਹੀ ਪੱਥਰ ਦੀਆਂ 2 ਪੱਟੀਆਂ ਕੱਟ ਕੇ ਬਣਾਈਆਂ ਅਤੇ ਪ੍ਰਭੂ ਦੀ ਆਗਿਆ ਅਨੁਸਾਰ ਉਹਨਾਂ ਨੂੰ ਲੈ ਕੇ ਪਹਾੜ ਤੇ ਚੜ ਗਿਆ। ਤਦ ਪ੍ਰਭੂ ਬੱਦਲ ਦੇ ਵਿੱਚ ਆ ਕੇ ਮੂਸਾ ਕੋਲ ਖਲੋ ਗਿਆ ਅਤੇ ਉਸਨੇ ਆਪਣਾ ਨਾਮ ਪ੍ਰਭੂ ਕਰਕੇ ਲਿਆ। ਫਿਰ ਪ੍ਰਭੂ ਉਸ ਦੇ ਅੱਗਿਓਂ ਦੀ ਇਹ ਕਹਿੰਦਾ ਹੋਇਆ ਲੰਘਿਆ, ਮੈਂ ਪ੍ਰਭੂ ਹਾਂ ਜੋ ਦਿਆਲੂ, ਕਿਰਪਾਲੂ, ਗੁੱਸਾ ਕਰਨ ਵਿੱਚ ਮੱਠਾ ਅਤੇ ਧੀਰਜ ਰੱਖਣ ਵਾਲਾ, ਪਿਆਰ ਅਤੇ ਸਚਾਈ ਨਾਲ ਅਤ ਭਰਪੂਰ ਪ੍ਰਭੂ ਪਰਮੇਸ਼ਰ, ਜੋ ਹਜ਼ਾਰਾਂ ਤੇ ਦਇਆ ਕਰਦਾ ਅਤੇ ਉਹਨਾਂ ਦੇ ਅਪਰਾਧ ਤੇ ਪਾਪ ਮਾਫ ਕਰਨ ਵਾਲਾ, ਪਰ ਮਾਪਿਆਂ ਤੇ ਪਰਦਾਦਿਆਂ ਦੇ ਪਾਪਾਂ ਦਾ ਬੱਚਿਆਂ ਕੋਲੋਂ ਬਦਲਾ ਲੈਣ ਵਾਲਾ ਹੈ। ਸੋ ਮੂਸਾ ਨੇ ਤੁਰੰਤ ਧਰਤੀ ਤੇ ਮੂੰਹ ਪਾਰ ਹੋ ਪ੍ਰਭੂ ਨੂੰ ਮੱਥਾ ਟੇਕਿਆ ਤੇ ਕਿਹਾ, ਪ੍ਰਭੂ ਜੇਕਰ ਸੱਚਮੁੱਚ ਮੇਰੇ ਤੇ ਤੇਰੀ ਕਿਰਪਾ ਦ੍ਰਿਸ਼ਟੀ ਹੈ ਤਾਂ ਤੂੰ ਸਾਡੇ ਸੰਗ ਚੱਲ। ਇਹ ਮੇਰੀ ਤੇਰੇ ਅੱਗੇ ਬੇਨਤੀ ਹੈ। ਬੇਸ਼ੱਕ ਅਸੀਂ ਹਠੀ ਲੋਕ ਹਾਂ, ਪਰ ਤੂੰ ਸਾਡੇ ਅਪਰਾਧ ਮਾਫ ਕਰ ਅਤੇ ਸਾਨੂੰ ਆਪਣਾ ਵਿਰਸਾ ਬਣਾ ਲੈ। ਹੁਣ ਇੱਥੇ ਅਸੀਂ ਜਿਹੜੀ ਆਇਤ ਹੈ ਜਿੱਤੇ ਸਾਡੀ ਹਮੇਸ਼ਾ ਨਜ਼ਰ ਟਿਕ ਜਾਂਦੀ ਨਾ, ਉਹ 7ਵੀਂ ਆਇਤ ਦਾ ਪਿਛਲਾ ਹਾਫ ਆ ਕਿ ਮਾਪਿਆਂ ਤੇ ਪਰਦਾਦਿਆਂ ਦਾ ਜਿਹੜਾ ਬਦਲਾ ਬੱਚਿਆਂ ਤੋਂ ਲੈਣ ਵਾਲਾ। ਔਰ ਅਸੀਂ ਉਸ ਚੀਜ਼ ਦੇ ਲਾਗੇ ਪਹੁੰਚੇ ਜਿੱਥੇ ਅਸੀਂ ਦੋਨੇ ਚੀਜ਼ਾਂ ਪੂਰੀਆਂ ਹੁੰਦੀਆਂ ਦੇਖਦੇ ਪਏ। ਇਹਨਾਂ ਆਇਤਾਂ ਨੂੰ ਅਸੀਂ ਪੂਰਾ ਹੁੰਦਾ ਦੇਖਦੇ ਪਏ। ਪ੍ਰਭੂ ਨੇ ਉਹਨਾਂ ਲੋਕਾਂ ਦੀ 500 ਸਾਲ ਕਨਾਨ ਦਾ ਜਿਹੜੀ ਔਲਾਦ ਸੀਗੀ, 500 ਸਾਲ ਪ੍ਰਭੂ ਨੇ ਉਹਨਾਂ ਨੂੰ ਚੱਲਿਆ। 500 ਸਾਲ ਉੱਥੇ ਨਬੀ ਪ੍ਰਭੂ ਨੇ ਪੈਦਾ ਕੀਤੇ ਆ, ਲੇਕਿਨ ਉਹਨਾਂ ਨੇ ਨਹੀਂ ਸੁਣਿਆ। ਉਹਨਾਂ ਨੇ ਆਪਣੇ ਮਾਰਗ ਉਹੀ ਰੱਖੇ। ਉਹ ਆਪਣੀ ਬੁਰਾਈ ਦੇ ਵਿੱਚ ਖੁਸ਼ ਸੀ, ਆਪਣੀ ਬੁਰਾਈ ਦੇ ਵਿੱਚ ਆਨੰਦਿਤ ਸੀ। ਉਹਨਾਂ ਨੂੰ ਉਹੀ ਚੀਜ਼ਾਂ ਭਾਉਂਦੀਆਂ ਸੀ ਉਹਨਾਂ ਦੇ ਮਨ ਨੂੰ। ਔਰ ਹੁਣ ਜਿਹੜਾ ਉਹਨਾਂ ਦੇ ਪਰਦਾਦਿਆਂ ਨੇ ਤੇ ਬਾਬਿਆਂ ਨੇ ਜਿਹੜਾ ਕੀਤਾ, ਉਹਦੀ ਸਜ਼ਾ ਹੁਣ ਉਹਨਾਂ ਨੂੰ ਮਿਲਦੀ। ਸੋ ਦੈਟਸ ਵਾਟ ਇਟ ਮੀਨਸ। ਲੇਕਿਨ ਬਾਕੀ ਤੁਸੀਂ ਦੇਖੋ ਕਿ ਪ੍ਰਭੂ ਨੇ ਇਹਨਾਂ ਨੂੰ ਮਾਫੀ ਕਿਉਂ ਦਿੱਤੀ ਹੈ। ਇਹ ਆਲਰੇਡੀ ਜਿਹੜਾ ਇਹ 400 ਸਾਲ ਦਾ ਉਹ ਵਕਤ ਕੱਟ ਕੇ ਆ ਰਹੇ, ਇਹ ਉਸ ਸਮੇਂ ਦੇ ਵਿੱਚੋਂ ਦੀ ਲੰਘ ਕੇ ਆਏ। ਇਹਨਾਂ ਨੂੰ ਹਾਲੇ ਬੇਸਿਕਲੀ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆਇਆਂ ਨੂੰ 40 ਸਾਲ ਹੋਏ। 40 ਜਾਂ 42 ਸਾਲ ਅਸੀਂ ਕਹਿ ਸਕਦੇ, 42 ਸਾਲ ਹੋਏ। 42 ਸਾਲ ਤੋਂ ਇਹਨਾਂ ਨੇ ਪਰਮੇਸ਼ਵਰ ਦੀ ਬਰਕਤ ਦੇਖਣੀ ਸ਼ੁਰੂ ਕੀਤੀ ਹੈ, ਗੁਲਾਮੀ ਦੇ ਵਿੱਚੋਂ ਆਏ। ਲੇਕਿਨ ਇਹਨਾਂ ਨੂੰ ਇਹ ਜਿਹੜੇ ਲੋਕ ਆ, ਇਹ ਆਲਰੇਡੀ ਜਿਹੜੇ ਉੱਥੇ ਅਸੀਂ ਦੇਖਦੇ ਪਏ ਹਾਂ ਇਜਿਪਟ ਦੇ ਵਿੱਚ, ਮਿਸਰ ਦੇ ਵਿੱਚ ਇਸ਼ਮਾਇਲ ਦੀਆਂ ਜਿਹੜੀਆਂ ਸੰਤਾਨਾਂ ਆ ਉਹ ਉੱਥੇ ਹੁਣ ਰਾਜ ਕਰਦੀਆਂ ਪਈਆਂ। ਅਸੀਂ ਦੇਖਦੇ ਪਏ ਹਾਂ ਕਿ ਉਹਨਾਂ ਦੇ ਵਿੱਚੋਂ ਉੱਠ ਕੇ ਆਏ। ਔਰ ਇਹ ਲੋਕ ਜਿਹੜੇ ਆ, ਇਹਨਾਂ ਨੂੰ ਪ੍ਰਭੂ ਹੁਣ ਆਪਣੀ ਬਰਕਤ ਦੇ ਵਿੱਚ ਲੈ ਕੇ ਆਉਣਾ ਮੰਗਦਾ, ਇਹਨਾਂ ਨੂੰ ਆਪਣੀ ਬਰਕਤ ਦੇਣੀ ਮੰਗਦਾ।
ਔਰ ਪ੍ਰਭੂ ਨੇ ਜਿਸ ਵੇਲੇ ਮੂਸਾ ਨੇ ਪਹਿਲੀਆਂ ਦੋ ਜੋ ਪ੍ਰਭੂ ਨੇ ਉਹ ਫੱਟੀਆਂ ਬਣਾਈਆਂ ਵੀ ਸੀ ਔਰ ਉਹਨਾਂ ਤੇ ਆਪਣੀ ਉਂਗਲ ਦੇ ਨਾਲ ਲਿਖ ਕੇ ਵੀ ਦਿੱਤਾ ਸੀ। ਇਹ ਉਹ ਲੋਕ ਆ ਜਿਨ੍ਹਾਂ ਦੇ ਕੋਲ ਪਰਮੇਸ਼ਵਰ ਦੀ ਲਿਖਤ ਆ। ਇਹ ਉਹ ਲੋਕ ਆ ਜਿਨ੍ਹਾਂ ਨੇ ਪ੍ਰਭੂ ਦੀ ਆਵਾਜ਼ ਸੁਣੀ ਔਰ ਫਿਰ ਵੀ ਉਹਦੇ ਖਿਲਾਫ ਪਾਪ ਕਰਦੇ ਪਏ। ਔਰ ਫਿਰ ਵੀ ਉਹ ਇਹ ਕਹਿ ਰਿਹਾ, ਜਿਹੜੇ 40 ਦਿਨ ਔਰ 40 ਰਾਤਾਂ ਜਿਹੜਾ ਮੂਸਾ ਪ੍ਰਭੂ ਦੇ ਅੱਗੇ ਉਸਨੇ ਆਪਣਾ ਆਪ ਸੁੱਟ ਰੱਖਿਆ, ਪ੍ਰਭੂ ਇਹਨਾਂ ਨੂੰ ਮਾਫ ਕਰਤਾ। ਫਿਰ ਪ੍ਰਭੂ ਨੇ ਆਪਣਾ ਆਪਾ ਉਸਨੂੰ ਦਿਖਾਇਆ। ਉਸਦੇ ਵਿੱਚ ਕੀ ਸੀ? ਉਸਦੇ ਵਿੱਚ ਇਹ ਸੀ, ਪ੍ਰਭੂ ਉਸਦੇ ਅੱਗਿਓਂ ਦੀ ਇਹ ਕਹਿੰਦਾ ਲੰਘਿਆ, ਯਾਹਵੇ ਯਾਹਵੇ, ਮੈਂ ਹਾਂ ਜੋ ਮੈਂ ਹਾਂ, ਮੈਂ ਹਾਂ ਜੋ ਮੈਂ, ਜੋ ਦਿਆਲੂ ਕਿਰਪਾਲੂ, ਗੁੱਸਾ ਕਰਨ ਵਿੱਚ ਮੱਠਾ, ਧੀਰਜ ਰੱਖਣ ਵਾਲਾ, ਪਿਆਰ ਤੇ ਵਫਾਦਾਰੀ, ਸੱਚ ਨਹੀਂ, ਪਿਆਰ ਤੇ ਵਫਾਦਾਰੀ ਦੇ ਨਾਲ ਅਤ ਭਰਪੂਰ ਯਾਹਵੇ, ਮੈਂ ਜੋ ਹਾਂ ਜੋ ਮੈਂ ਜੋ ਹਾਂ, ਜੋ ਹਜ਼ਾਰਾਂ ਤੇ ਦਇਆ ਕਰਦਾ, ਉਹਨਾਂ ਦੀ ਖਿਲਾਫਤ, ਕਮੀਨਗੀ, ਕ੍ਰਿਤਕੰਡਤਾ ਨੂੰ ਮਾਫ ਕਰਨ ਵਾਲਾ ਪ੍ਰਭੂ ਪਰਮੇਸ਼ਵਰ। ਔਰ ਅਸੀਂ ਇਹਨਾਂ ਲੋਕਾਂ ਨੂੰ ਇਹ ਸਾਰੀਆਂ ਚੀਜ਼ਾਂ ਕਰਦੇ ਦੇਖ ਲਿਆ। ਕੀ ਇਹ ਯੋਗ ਉਸ ਧਰਤੀ ਤੇ ਜਾਣ ਦੀ? ਬਿਲਕੁਲ ਨਹੀਂ। ਸੋ ਕਿਉਂ ਇਹ ਜਾ ਰਹੇ ਆ? ਪ੍ਰਭੂ ਦੇ ਵਾਅਦੇ ਦੇ ਕਰਕੇ। ਉਹਨੇ ਆਪਣਾ ਨੇਮ ਬੰਨਿਆ ਔਰ ਪ੍ਰਭੂ ਹਮੇਸ਼ਾ ਆਪਣਾ ਨੇਮ ਰੱਖਦਾ। ਆਪਣਾ ਨੇਮ ਉਹ ਕਦੀ ਨਹੀਂ ਭੁੱਲਦਾ। ਉਹ ਇਹ ਨਹੀਂ ਕਿ ਵਾਅਦਾ ਦਿੱਤਾ, ਜਿੱਦਾਂ ਅਸੀਂ ਵਾਅਦੇ ਦਿੰਦੇ ਹਾਂ ਤਾਂ ਫਿਰ ਅਸੀਂ ਕਹਿੰਦੇ ਆਮ ਸੌਰੀ, ਮੈਂ ਨਹੀਂ ਕਰ ਸਕਦਾ। ਪ੍ਰਭੂ ਨਹੀਂ ਏਦਾਂ ਕਰਦਾ। ਉਹ ਆਪਣੇ ਵਾਅਦੇ ਨੂੰ ਪੂਰਾ ਕਰਦਾ। ਉਹ ਵਫਾਦਾਰ, ਉਹ ਆਪਣੇ ਸ਼ਬਦ ਨੂੰ ਰੱਖਦਾ। ਸੋ ਅਸੀਂ ਜਿਸ ਵੇਲੇ ਇਹਨਾਂ ਲੋਕਾਂ ਨੂੰ ਦੇਖਦੇ ਪਏ ਹਾਂ, ਇਹਨਾਂ ਨੂੰ ਇਹ ਪ੍ਰਭੂ ਆਪਣੇ ਨੇਮ ਦੇ ਰਿਹਾ ਔਰ ਪ੍ਰਭੂ ਇਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਦੇ ਰਿਹਾ, ਉਸਦਾ ਪਿੱਛੇ ਕਾਰਨ ਇਹ ਹੈ ਕਿ ਪ੍ਰਭੂ ਨੂੰ ਭੁੱਲ ਨਾ ਜਾਣ। ਇਹ ਵੀ ਜਿਹੜੇ ਉੱਥੇ ਲੋਕ ਰਹਿ ਰਹੇ ਆ, ਇਹ ਵੀ ਉਹਨਾਂ ਦੀਆਂ ਚੀਜ਼ਾਂ ਦੇ ਵਿੱਚ ਨਾ ਪੈ ਜਾਣ। ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਇਹ ਧਰਤੀ ਵੀ ਦਇਆ ਦੇ ਕਰਕੇ ਮਿਲੀ ਆ, ਇਹਨਾਂ ਦੇ ਕਰਮਾਂ ਦੇ ਕਰਕੇ ਨਹੀਂ ਮਿਲੀ। ਕਰਮਾਂ ਦੇ ਕਰਕੇ ਇਨਸਾਨ ਨੂੰ ਕੁਛ ਨਹੀਂ ਮਿਲਦਾ, ਕਿਉਂਕਿ ਚੰਗੇ ਕਰਮਾਂ ਦੀ ਵਾਹ ਇਸ ਧਰਤੀ ਤੇ ਹੋ ਜਾਂਦੀ। ਉਹ ਚੰਗੇ ਕਰਮ ਪਹਿਲਾਂ ਤਾਂ ਹੁੰਦੇ ਨੇ, ਜੇ ਹੋਣ ਤੇ ਬੁਰਿਆਂ ਨਾਲ ਉਹ ਜ਼ਿਆਦਾ ਹੁੰਦੇ ਆ, ਘੱਟ ਹੁੰਦੇ ਆ। ਤੇ ਜੇ ਕਰ ਵੀ ਲਈਏ ਚਾਰ ਤਾਂ ਉਹਨਾਂ ਦਾ ਜਿਹੜਾ ਫਲ ਉਹ ਇੱਥੇ ਮਿਲ ਜਾਂਦਾ। ਅਸੀਂ ਮੇਕ ਸ਼ੋਰ ਕਰਦੇ ਹਾਂ ਕਿ ਸਾਨੂੰ ਇੱਥੇ ਮਿਲ ਜਾਏ। ਉਹ ਸਾਡੀ ਇਨਸਾਨੀਅਤ ਆ। ਲੇਕਿਨ ਜੋ ਕੁਝ ਸਾਨੂੰ ਮਿਲਦਾ ਆ, ਜੋ ਵਾਅਦਿਆਂ ਦੀ ਸੰਪੂਰਨਤਾ ਸਾਨੂੰ ਮਿਲਦੀ ਹੈ, ਪ੍ਰਭੂ ਦੇ ਵਾਅਦਿਆਂ ਦੀ ਸੰਪੂਰਨਤਾ ਮਿਲਦੀ ਹੈ, ਉਸ ਦੇ ਦਿਆਲੂ ਹੋਣ ਦੇ ਵਿੱਚ, ਉਸ ਦੇ ਕਿਰਪਾਲੂ ਹੋਣ ਦੇ ਵਿੱਚ। ਔਰ ਜੋ ਅਸੀਂ ਜਿਉਣੇ ਇਸ ਧਰਤੀ ਤੇ, ਕਿਉਂਕਿ ਉਹ ਗੁੱਸਾ ਕਰਨ ਵਿੱਚ ਬਹੁਤ ਮੱਠਾ ਹੈ, ਗੁੱਸਾ ਕਰਨ ਵਿੱਚ ਮੱਠਾ ਹੈ। ਸੋ ਫਿਰ ਅਸੀਂ ਕਿਉਂ ਪੜ੍ਹਦੇ ਪਏ ਕਿ ਪ੍ਰਭੂ ਦਾ ਕ੍ਰੋਧ ਭੜਕ ਉੱਠਿਆ? ਕਹਿਣ ਦਾ ਮਤਲਬ ਇਹ ਹੈ ਕਿ ਉਹਨਾਂ ਲੋਕਾਂ ਦੇ, ਉਹ ਲੋਕ ਦੇਖਦੇ ਪਏ ਆ ਕਿ ਉਹ ਅੱਗ ਦਾ ਥੰਮ ਜਿਹੜਾ ਬਣ ਕੇ ਉਹਨਾਂ ਦੇ ਨਾਲ ਚੱਲਦਾ ਪਿਆ ਰਾਤ ਨੂੰ, ਔਰ ਦਿਨ ਦੇ ਵੇਲੇ ਉਹ ਬੱਦਲ ਦਾ ਖੰਭਾ ਬਣ ਕੇ ਉਸ ਦੀ ਹਜ਼ੂਰੀ ਉਹਨਾਂ ਦੇ ਗੱਭੇ। ਇਹ ਸਭ ਕੁਝ ਹੁੰਦਿਆਂ ਹੋਇਆਂ ਉਹ ਪਾਪ ਕਰਦੇ ਪਏ। ਇਹ ਸਭ ਕੁਝ ਹੁੰਦਿਆਂ ਹੋਇਆਂ ਉਹ ਏਦਾਂ ਦੇ ਕੰਮ ਕਰਦੇ। ਇਸ ਕਰਕੇ ਉਹਨਾਂ ਨੂੰ ਸਜ਼ਾ ਦਿੱਤੀ ਪਈ। ਸੋ ਹੁਣ ਜਿਸ ਲਈ ਅਸੀਂ 10ਵੇਂ ਚੈਪਟਰ ਦੇ ਵਿੱਚ ਆਉਣੇ ਆ ਤਾਂ ਅਸੀਂ ਦੇਖਦੇ ਪਏ ਹਾਂ ਕਿ ਪ੍ਰਭੂ ਨੇ ਫਿਰ ਉਹਨਾਂ ਤੇ ਦਇਆ ਕੀਤੀ। ਜਿਹੜਾ ਪ੍ਰਭੂ ਨੇ ਪਹਿਲੀਆਂ ਫੱਟੀਆਂ ਦਿੱਤੀਆਂ ਸੀ, 2 ਉਹਨਾਂ ਨੂੰ ਦਿੱਤੀਆਂ ਸੀ, 10 ਨਿਯਮ ਦਿੱਤੇ ਸੀ, ਜਿਸ ਲਈ ਮੂਸਾ ਨੇ ਉਹ ਤੋੜ ਦਿੱਤੀਆਂ ਤੇ ਹੁਣ ਕੋਈ ਨੇਮ ਨਹੀਂ ਰਹਿ ਗਿਆ ਸੀਗਾ ਅਸਲ ਦੇ ਵਿੱਚ। ਉਹ ਨੇਮ ਖਤਮ ਹੋ ਗਿਆ ਸੀ, ਕਿਉਂਕਿ ਨੇਮ ਨੂੰ ਰੱਖਣ ਦੇ ਵਿੱਚ 2 ਜਾਣੇ ਹੁੰਦੇ। ਉਹ ਨੇਮ ਖਤਮ ਹੋ ਗਿਆ ਸੀ।
ਲੇਕਿਨ ਮੂਸਾ ਨੇ ਜਾ ਕੇ ਇਹਨਾਂ ਲੋਕਾਂ ਦੇ ਲਈ ਬੇਨਤੀ ਕੀਤੀ ਤਾਂ ਪ੍ਰਭੂ ਨੇ ਕਿਹਾ ਠੀਕ ਆ, ਹੁਣ ਤੂੰ 2 ਪੱਟੀਆਂ ਤੂੰ ਬਣਾ ਕੇ ਲੈ ਕੇ ਆ ਔਰ ਮੈਂ ਦੁਬਾਰਾ ਉਹਦੇ ਤੇ ਲਿਖੂੰਗਾ। ਔਰ ਪ੍ਰਭੂ ਨੇ ਦੁਬਾਰਾ ਜਿਹੜਾ ਨੇਮ ਇੱਥੇ ਬੰਨਿਆ, ਇਹ ਦੂਸਰੀ ਵਾਰੀ ਪ੍ਰਭੂ ਨੇ ਆਪਣੀ ਦਇਆ ਦੇ ਕਰਕੇ, ਆਪਣੇ ਕੀਤੇ ਹੋਏ ਵਾਅਦੇ ਦੇ ਕਰਕੇ ਪ੍ਰਭੂ ਨੇ ਇਹ ਨੇਮ ਦੁਬਾਰਾ ਬੰਨਿਆ ਔਰ ਕਿਹਾ ਕਿ ਇਹਨਾਂ ਨੂੰ ਤੂੰ ਸੰਦੂਕ ਦੇ ਵਿੱਚ ਰੱਖ ਲੈ, ਜਿਸ ਨੂੰ ਆਰਕ ਆਫ ਕਵਰਨੈਂਟ ਕਿਹਾ ਜਾਂਦਾ। ਕਵਰਨੈਂਟ ਜਿਹੜਾ ਪ੍ਰਭੂ ਦਾ, ਜਿਹੜਾ ਪ੍ਰਭੂ ਨੇ ਨੇਮ ਬੰਨਿਆ ਸੀਗਾ, ਉਹ ਕਵਰਨੈਂਟ ਜਿਹੜੀ ਸੀਗੀ ਉਹਦੇ ਵਿੱਚ ਪਿਆ ਸੀ, ਉਹ ਲਿਖਤ ਉਹਦੇ ਵਿੱਚ ਪਈ ਸੀ। ਆਓ ਅਸੀਂ 12 ਆਇਤ ਤੋਂ ਚੈਪਟਰ ਦੇ ਐਂਡ ਤੱਕ ਮੈਂ ਪੜ੍ਹਦੀ ਮਾਸਟਰ। ਪੜ੍ਹਦੇ। ਪਰਮੇਸ਼ਰ ਦੀ ਮੰਗ। ਹੇ ਇਜ਼ਰਾਈਲ ਦੇ ਲੋਕੋ, ਹੁਣ ਪ੍ਰਭੂ ਤੁਹਾਡਾ ਪਰਮੇਸ਼ਰ ਤੁਹਾਡੀ ਤੋਂ ਇਸ ਗੱਲ ਦੀ ਮੰਗ ਕਰਦਾ ਹੈ, ਤੁਸੀਂ ਆਪਣੇ ਪੂਰੇ ਦਿਲ ਅਤੇ ਜਾਨ ਨਾਲ ਉਸ ਨੂੰ ਪਿਆਰ ਕਰੋ ਅਤੇ ਉਸ ਦੀ ਸੇਵਾ ਕਰੋ। ਇਸ ਦੇ ਨਾਲ ਹੀ ਆਪਣੇ ਭਲੇ ਲਈ ਪ੍ਰਭੂ ਦੇ ਸਭ ਹੁਕਮਾਂ ਅਤੇ ਵਿਧਾਨ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰੋ, ਜਿਸ ਬਾਰੇ ਅੱਜ ਦੇ ਦਿਨ ਮੈਂ ਤੁਹਾਨੂੰ ਆਗਿਆ ਦੇ ਰਿਹਾ ਹਾਂ। ਸਭ ਆਕਾਸ਼ ਅਤੇ ਧਰਤੀ ਅਤੇ ਜੋ ਇਸ ਵਿੱਚ ਹੈ, ਸਭ ਕੁਝ ਪ੍ਰਭੂ ਦਾ ਹੀ ਹੈ। ਪਰ ਪ੍ਰਭੂ ਦੀ ਇਹ ਆਪਣੀ ਖੁਸ਼ੀ ਸੀ ਕਿ ਉਸਨੇ ਤੁਹਾਡੇ ਪੁਰਖਿਆਂ ਨੂੰ ਪਿਆਰ ਕੀਤਾ, ਇੱਥੋਂ ਤੱਕ ਕਿ ਤੁਹਾਨੂੰ ਵੀ, ਅਰਥਾਤ ਉਹਨਾਂ ਦੀ ਸੰਤਾਨ ਨੂੰ ਵੀ ਉਸਨੇ ਸਭ ਕੌਮਾਂ ਵਿੱਚੋਂ ਚੁਣ ਲਿਆ। ਅੱਜ ਅਸੀਂ ਇਹ ਸਭ ਇਸੇ ਤਰ੍ਹਾਂ ਦੇਖ ਰਹੇ ਹਾਂ। ਇਸ ਲਈ ਤੁਸੀਂ ਆਪਣੇ ਮਨਾਂ ਤੇ ਚੜੀ ਚਰਬੀ ਨੂੰ ਉਤਾਰ ਦੇਵੋ ਅਤੇ ਅੱਗੇ ਤੋਂ ਆਪਣਾ ਹਠੀਪਨ ਛੱਡ ਦੇਵੋ। ਪ੍ਰਭੂ ਤੁਹਾਡਾ ਪਰਮੇਸ਼ਰ ਸਭ ਪ੍ਰਭੂਆਂ ਦਾ ਪ੍ਰਭੂ, ਵੱਡਾ ਸ਼ਕਤੀਸ਼ਾਲੀ ਪਰਮੇਸ਼ਰ ਅਤੇ ਅਤਿ ਭਿਅੰਕਰ ਹੈ। ਉਹ ਨਾ ਤਾਂ ਕਿਸੇ ਦਾ ਪੱਖਪਾਤ ਕਰਦਾ ਹੈ ਅਤੇ ਨਾ ਕਿਸੇ ਤੋਂ ਵੱਢੀ ਲੈਂਦਾ ਹੈ। ਉਹ ਅਨਾਥਾਂ ਅਤੇ ਵਿਧਵਾਵਾਂ ਨਾਲ ਨਿਆਂ ਕਰਦਾ ਅਤੇ ਪਰਦੇਸੀਆਂ ਨੂੰ ਪਿਆਰ ਕਰਦਾ, ਅਰਥਾਤ ਉਹਨਾਂ ਨੂੰ ਖਾਣ ਲਈ ਭੋਜਨ ਅਤੇ ਪਹਿਨਣ ਲਈ ਕੱਪੜਾ ਦਿੰਦਾ ਹੈ। ਇਸ ਲਈ ਤੁਸੀਂ ਵੀ ਪਰਦੇਸੀਆਂ ਨੂੰ ਪਿਆਰ ਕਰੋ, ਕਿਉਂਕਿ ਇੱਕ ਸਮੇਂ ਤੁਸੀਂ ਵੀ ਮਿਸਰ ਦੇ ਵਿੱਚ ਪਰਦੇਸੀ ਸੌ। ਤੁਸੀਂ ਪ੍ਰਭੂ ਆਪਣੇ ਪਰਮੇਸ਼ਰ ਤੋਂ ਡਰੋ, ਉਸ ਦੀ ਉਪਾਸਨਾ ਕਰੋ, ਉਸ ਦੀ ਸੰਗਤ ਵਿੱਚ ਰਹੋ ਅਤੇ ਉਸ ਦੇ ਨਾਂ ਦੀ ਹੀ ਸਹੁੰ ਚੁੱਕੋ। ਉਹ ਤੁਹਾਡਾ ਮਾਣ ਹੈ, ਉਹ ਤੁਹਾਡਾ ਪਰਮੇਸ਼ਰ ਹੈ। ਤੁਸੀਂ ਆਪ ਆਪਣੀਆਂ ਅੱਖਾਂ ਨਾਲ ਉਹ ਸਭ ਵੱਡੇ ਅਤੇ ਅਦਭੁਤ ਕੰਮ ਦੇਖ ਚੁੱਕੇ ਹੋ ਜੋ ਉਸਨੇ ਤੁਹਾਡੇ ਲਈ ਕੀਤੇ ਹਨ। ਤੁਹਾਡੇ ਪੁਰਖੇ ਜਦੋਂ ਮਿਸਰ ਦੇਸ਼ ਵਿੱਚ ਗਏ ਸਨ ਤਾਂ ਉਹਨਾਂ ਦੀ ਗਿਣਤੀ ਕੇਵਲ 70 ਸੀ, ਪਰ ਹੁਣ ਪ੍ਰਭੂ ਤੁਹਾਡੇ ਪਰਮੇਸ਼ਰ ਨੇ ਤੁਹਾਡੀ ਗਿਣਤੀ ਆਕਾਸ਼ ਦੇ ਤਾਰਿਆਂ ਜਿੰਨੀ ਅਣਗਿਣਤ ਕਰ ਦਿੱਤੀ ਹੈ। ਆਮੀਨ। ਆਮੀਨ। ਸੋ ਪ੍ਰਭੂ ਨੇ ਅਬਰਾਹਮ ਦੇ ਨਾਲ ਜਿਹੜਾ ਵਾਅਦਾ ਬੰਨਿਆ ਸੀ ਉਸਨੇ ਪੂਰਾ ਕੀਤਾ। ਉਸਨੇ ਕਿਹਾ ਬਾਹਰ ਨਿਕਲ ਔਰ ਦੇਖ, ਤੂੰ ਅਸਮਾਨ ਦੇ ਤਾਰੇ ਗਿਣ ਸਕਦਾ? ਉਸਨੇ ਕਿਹਾ ਨਹੀਂ, ਤੇਰੀ ਸੰਤਾਨ ਹੈ। ਸੋ ਉਹ ਵਾਅਦਾ ਇੱਥੇ ਪੂਰਾ ਹੈ। ਕਿਸ ਤਰ੍ਹਾਂ ਇੱਕ ਇੱਕ ਚੀਜ਼ ਜੋ ਪ੍ਰਭੂ ਨੇ ਕਹੀ ਸੀ ਉਸ ਨੂੰ ਪੂਰਾ ਕਰਦਾ। ਜਿਸ ਵੇਲੇ ਅਸੀਂ ਜਾਸ਼ੂਆ ਦੀ ਪੋਥੀ ਦੇ ਕੋਲ ਪਹੁੰਚਾਂਗੇ, ਉੱਥੋਂ ਅਸੀਂ ਸਾਰੀਆਂ ਚੀਜ਼ਾਂ ਰਿਵਾਈਵ ਕਰਾਂਗੇ। ਇਸ ਤੋਂ ਪਹਿਲਾਂ ਅਸੀਂ ਜਾਸ਼ੂਆ ਦੀ ਪੋਥੀ ਦੇ ਵਿੱਚ ਐਂਟਰ ਕਰਾਂਗੇ। ਐਂਡ ਦੈਟਸ ਅ ਵੰਡਰਫੁਲ, ਬਹੁਤ ਬਹੁਤ ਦੇਖਣ ਵਾਲੀ ਚੀਜ਼ ਹੈ। ਉਹ ਸਾਡਾ ਵਿਸ਼ਵਾਸ ਜਿਹੜਾ ਉਸਨੂੰ ਬਹੁਤ ਵਧਾਏਗੀ। ਪ੍ਰਭੂ ਦੇ ਵਿੱਚ ਸਾਡਾ ਵਿਸ਼ਵਾਸ ਬਹੁਤ ਵਧਾਏਗੀ। ਲੇਕਿਨ ਅਸੀਂ ਇਹ ਦੇਖਦੇ ਪਏ ਹਾਂ ਕਿ ਪ੍ਰਭੂ ਨੇ ਕਿਸ ਤਰ੍ਹਾਂ ਆਪਣੇ ਵਾਅਦੇ ਕੀਤੇ ਔਰ ਕਿਸ ਤਰ੍ਹਾਂ ਉਸਨੇ ਪੂਰੇ ਕੀਤੇ। ਕਿਸ ਤਰ੍ਹਾਂ ਇਸ ਸੰਤਾਨ ਦੇ ਉੱਤੇ ਪ੍ਰਭੂ ਨੇ ਆਪਣੀ ਕਿਰਪਾ ਕੀਤੀ ਹੈ। ਕਿਸ ਤਰ੍ਹਾਂ ਇਹਨਾਂ ਨੂੰ ਚੁਣਿਆ ਔਰ ਭੈਣੋ ਭਰਾਵੋ, ਕਿਸ ਤਰ੍ਹਾਂ ਪ੍ਰਭੂ ਨੇ ਅੱਜ ਸਾਨੂੰ ਚੁਣਿਆ। ਇਹ ਚੁਣਾਵ ਉਸਦਾ, ਉਸਨੇ ਜਿਹੜਾ ਸਾਨੂੰ ਚੁਣਿਆ ਔਰ ਵੱਖਰੇ ਕੀਤਾ, ਉਹ ਸਾਨੂੰ ਆਪਣੇ ਪੁੱਤਰ ਦੇ ਕੋਲ ਲੈ ਕੇ ਆਇਆ। ਆਪਣੀ ਮੁਕਤੀ ਸਾਨੂੰ ਉਸਨੇ ਦਿੱਤੀ, ਆਪਣੀ ਸ਼ਾਂਤੀ, ਆਪਣਾ ਆਰਾਮ, ਆਪਣੀ ਬਰਕਤ, ਹਰ ਚੀਜ਼ ਉਸਦੀ ਆਪਣੀ। ਇਹ ਧਰਤੀ ਸਾਰੀਆਂ ਚੀਜ਼ਾਂ ਪ੍ਰਭੂ ਦੀਆਂ ਹੈ ਔਰ ਇਸ ਲਈ ਪ੍ਰਭੂ ਨੇ ਤੁਹਾਡੇ ਤੇ ਦਇਆ ਕੀਤੀ। ਉਹਨਾਂ ਨੂੰ ਕਹਿ ਰਿਹਾ ਇਜ਼ਰਾਈਲ ਦੀ ਕੌਮ ਨੂੰ, ਤੁਹਾਡੇ ਤੇ ਦਇਆ ਕੀਤੀ ਔਰ ਪ੍ਰਭੂ ਨੇ ਤੁਹਾਨੂੰ ਚੁਣਿਆ ਆਪਣੇ ਲਈ। ਇਸੇ ਤਰ੍ਹਾਂ ਮਸੀਹ ਦੇ ਵਿੱਚ ਪ੍ਰਭੂ ਨੇ ਸਾਨੂੰ ਚੁਣਿਆ ਹੈ ਔਰ ਉਹੀ ਸਾਡਾ ਮਾਣ। ਯਿਸੂ ਮਸੀਹ ਹੀ ਸਾਡਾ ਮਾਣ, ਯਿਸੂ ਮਸੀਹ ਹੀ ਸਾਡੀ ਸਾਰੀ ਇੱਜ਼ਤ ਹੈ। ਯਿਸੂ ਮਸੀਹ ਦੇ ਵਿੱਚ ਹੀ ਅਸੀਂ ਸੁਰੱਖਿਅਤ ਹਾਂ। ਉਸਦੇ ਰਸਤੇ ਤੇ ਚੱਲਦੇ ਰਵਾਂਗੇ ਤਾਂ ਬਚਾਂਗੇ। ਅਗਰ ਅਸੀਂ ਦੂਜਾ ਰਸਤਾ ਫੜਾਂਗੇ ਤਾਂ ਪ੍ਰਭੂ ਇੰਤਜ਼ਾਰ ਜ਼ਰੂਰ ਕਰੇਗਾ। ਮੁਰਦਿਆਂ ਦਾ ਇੰਤਜ਼ਾਰ ਜ਼ਰੂਰ ਕਰੋ ਕਿ ਮੁਰਦੇ ਕਿ ਨਹੀਂ ਮੁਰਦੇ, ਲੇਕਿਨ ਉਹ ਵੱਡਿਆਂ ਰਸਤਿਆਂ ਤੇ ਸਾਡੇ ਪਿੱਛੇ ਨਹੀਂ ਆਏਗਾ, ਕਿਉਂਕਿ ਜਿਹੜੇ ਉਸ ਰਸਤੇ ਦੇ ਉੱਤੇ ਤੁਰੇ ਹੋ ਪ੍ਰਭੂ ਉਹਨਾਂ ਨੂੰ ਵੀ ਲੈ ਕੇ ਤੁਰਿਆ ਹੈ।
ਇਸ ਚੀਜ਼ ਨੂੰ ਯਾਦ ਰੱਖਣਾ ਚਾਹੀਦਾ। ਸੋ ਖੁਦਾਵੰਦ ਦਾ ਸ਼ੁਕਰ ਕਰੋ, ਪ੍ਰਭੂ ਦਾ ਸ਼ੁਕਰ ਕਰੋ, ਇਸ ਦੇ ਲਈ ਨਹੀਂ ਕਿ ਤੂੰ ਪ੍ਰਭੂ ਉਹਨੂੰ ਨਹੀਂ ਚੁਣਿਆ, ਇਹਨੂੰ ਨਹੀਂ ਚੁਣਿਆ, ਇਸ ਲਈ ਕਿ ਪ੍ਰਭੂ ਤੂੰ ਮੈਨੂੰ ਚੁਣਿਆ, ਤੂੰ ਮੈਨੂੰ ਚੁਣਿਆ, ਪਰ ਤੂੰ ਮੈਨੂੰ ਆਪਣੀ ਸੰਤਾਨ ਬਣਾਇਆ, ਤੂੰ ਮੈਨੂੰ ਉਹ ਮੁਕਤੀ ਦਿੱਤੀ ਜਿੱਦਾਂ ਤੂੰ ਇਹਨਾਂ ਲੋਕਾਂ ਨੂੰ ਸਰੀਰਕ ਗੁਲਾਮੀ ਤੋਂ ਛੁਟਕਾਰਾ ਦਿੱਤਾ, ਇਸੇ ਤਰ੍ਹਾਂ ਤੂੰ ਮੈਨੂੰ ਮੇਰੀ ਆਤਮਿਕ ਗੁਲਾਮੀ ਤੋਂ ਛੁਟਕਾਰਾ ਦਿੱਤਾ ਔਰ ਆਪਣੇ ਵਿੱਚ ਲੈ ਕੇ, ਔਰ ਅੱਜ ਮੈਂ ਤੇਰੇ ਵਿੱਚ, ਔਰ ਇਸ ਧਰਤੀ ਆਕਾਸ਼ ਸਭ ਤੇਰੇ, ਔਰ ਤੂੰ ਇਹਨਾਂ ਚੋਂ ਜਿਹੜੀ ਚੀਜ਼ ਤੂੰ ਮੈਨੂੰ ਦੇਣੀ ਹੈ ਤੂੰ ਮੈਨੂੰ ਦੇਣੀ, ਪਰ ਮੇਰੀ ਯਾਤਰਾ ਦੇ ਵਿੱਚ, ਇਸ ਯਾਤਰਾ ਦੇ ਵਿੱਚ ਖੁਦਾਵੰਦ ਤੂੰ ਮੈਨੂੰ ਵਰਤ, ਮੈਨੂੰ ਆਪਣੇ ਲਈ ਵਰਤ। ਸਾਡੇ ਨਾਲ ਅੱਜ ਭੈਣ ਭਰਾ ਨਵੇਂ ਜੁੜੇ ਆ, ਮੈਂ ਤੁਹਾਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਔਰ ਤੁਹਾਨੂੰ ਬਰਕਤ ਦੇਣਾ, ਖੁਦਾਵੰਦ ਤੁਹਾਡੇ ਨਾਲ ਬਣੀ ਰਹੇ। Let us pray। ਪਿਆਰੇ ਪ੍ਰਭੂ, ਮੈਂ ਤੇਰਾ ਬਹੁਤ ਸ਼ੁਕਰ ਕਰਦਾ ਤੇਰੀ ਦਇਆ ਦੇ ਲਈ, ਤੇਰੇ ਰਹਿਮ ਦੇ ਲਈ, ਤੇਰੇ ਪਿਆਰ ਦੇ ਲਈ, ਜੋ ਬਰਕਤਾਂ ਖੁਦਾਵੰਦ ਤੂੰ ਸਾਨੂੰ ਦਿੱਤੀਆਂ, ਤੇਰੀ ਮਹਾਨਤਾ ਦੇ ਲਈ, ਤੇਰੀ ਮਹਾਨਤਾ ਅਸੀਂ ਪ੍ਰਭੂ ਜੀ ਇੱਥੇ ਦੇਖਦੇ ਪਏ, ਤੇਰੀ ਦਇਆ, ਤੇਰੀ ਕਿਰਪਾ ਇਹਨਾਂ ਲੋਕਾਂ ਤੇ ਦੇਖਦੇ ਪਏ। ਇਹ ਹੱਠ ਧਰਮੀ ਲੋਕ ਆ, ਪਰ ਫਿਰ ਵੀ ਪ੍ਰਭੂ ਜੀ ਤੂੰ ਆਪਣਾ ਵਾਅਦਾ ਪੂਰਾ ਕੀਤਾ, ਪਰ ਅਸੀਂ ਇਹਨਾਂ ਤੋਂ ਅਲੱਗ ਨਹੀਂ ਪ੍ਰਭੂ ਜੀ, ਅਸੀਂ ਕੋਈ ਖਾਸ ਨਹੀਂ, ਅਸੀਂ ਸਾਡੇ ਕੰਮ ਵੀ ਇਸੇ ਤਰ੍ਹਾਂ ਦੇ ਆ, ਅਸੀਂ ਵੀ ਤੇਰੀ ਦਇਆ ਦੇ ਕਰਕੇ ਬਚਾਏ ਜਾਣਾ, ਪਰ ਪ੍ਰਭੂ ਜੀ ਸਾਡਾ ਤੂੰ ਧਿਆਨ ਆਪਣੇ ਚਰਨਾਂ ਦੇ ਵਿੱਚ ਲਾ ਕੇ ਰੱਖੀ ਔਰ ਸਾਨੂੰ ਇਸੇ ਤਰ੍ਹਾਂ ਆਪਣੇ ਮਾਰਗ ਦੇ ਉੱਤੇ ਪ੍ਰਭੂ ਜੀ ਚੱਲਦਾ ਘਰ ਤੱਕ ਪਹੁੰਚਾ ਦੇ। ਅਸੀਂ ਤੇਰਾ ਸ਼ੁਕਰ ਕਰਦੇ, ਇਹ ਸਭ ਕੁਛ ਅਸੀਂ ਆਪਣੇ ਪਿਆਰੇ ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਮੰਗਦੇ। ਪ੍ਰਭੂ ਜੀ ਜਦ ਤੱਕ ਅਸੀਂ ਦੁਆਰਾ ਮਿਲੀਏ, ਤੇਰਾ ਰਹਿਮ, ਤੇਰੀ ਕਿਰਪਾ ਸਾਡੇ ਸਭ ਦੇ ਨਾਲ ਬਣੀ ਰਹੇ ਔਰ ਤੇਰੀ ਦਇਆ ਪ੍ਰਭੂ ਜੀ ਸਾਡੇ ਉੱਤੇ ਤੇਰਾ ਛਾਇਆ ਇਸੇ ਤਰ੍ਹਾਂ ਪ੍ਰਭੂ ਜੀ ਜਿਸ ਤਰ੍ਹਾਂ ਇਹਨਾਂ ਲੋਕਾਂ ਦੇ ਨਾਲ ਸੀ ਸਾਡੇ ਨਾਲ। ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ, ਉਸ ਦੀ ਕਿਰਪਾ ਦੇ ਵਿੱਚ ਤੂੰ ਸਾਨੂੰ ਛੁਪਾ ਕੇ ਰੱਖੇ, ਮਸੀਹ ਦੇ ਨਾਮ ਦੇ ਵਿੱਚ। ਬਲੈਸ ਯੂ, ਖੁਦਾ ਤੁਹਾਨੂੰ ਬਰਕਤ ਦੇ। ਕੱਲ ਨੂੰ ਆਪਾਂ ਸੇਮ ਟਾਈਮ BC ਟਾਈਮ 5:50 ਮਿਲਾਂਗੇ ਔਰ ਅਸੀਂ 11ਵੇਂ ਭਾਗ ਤੋਂ ਅੱਗੇ ਵਧਾਂਗੇ। It's a wonderful book, it's a wonderful book। ਇਹਦੇ ਵਿੱਚ ਹਾਲੇ ਤਾਂ ਆਪਾਂ ਸ਼ੁਰੂ ਕੀਤੀ, ਗਾਂ ਜਾ ਕੇ ਦੇਖਿਓ ਕਿੰਨੀ ਬਰਕਤ ਹੈ ਇਸ ਪੁਸਤਕ ਦੇ ਵਿੱਚ। ਬਲੈਸ ਯੂ।